ਮਲਾਰ ਮਹਲਾ ਪਹਿਲਾ। ਮਲਾਰ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਘਰ ਦੂਜਾ ਦੂਸਰੇ ਸੁਰ ਤਾਲ ਦੇ ਵਿੱਚ ਉਚਾਰ ਰਹੇ ਨੇ। ਇੱਕ ਓੰਕਾਰ। ਬੰਦਿਆਂ ਵਰਗੇ ਬੰਦੇ ਨੇ, ਬੀਬੀਆਂ ਵਰਗੀਆਂ ਬੀਬੀਆਂ, ਪਸ਼ੂਆਂ ਵਰਗੇ ਪਸ਼ੂ, ਪੰਛੀਆਂ ਵਰਗੇ ਪੰਛੀ ਨੇ, ਪਰ ਰੱਬ ਜੀ ਵਰਗਾ ਕੋਈ ਦੂਜਾ ਹੋਰ ਰੱਬ ਨਹੀਂ ਹੈ, ਉਹ ਇੱਕ ਹੈ। ਓੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ ਪ੍ਰਸਾਦ। ਸਤ ਹੈ, ਚਿਤ ਹੈ, ਚੇਤਨ ਸਰੂਪ ਤੇ ਪ੍ਰਸਾਦ ਸਭ ਸਵਾਦਾਂ ਤੋਂ ਪਰੇ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਜੀ ਦੇ ਦਰਸ਼ਨ ਕਰਨੇ ਹੋਣ ਤਾਂ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪਵਣੈ ਪਾਣੀ ਜਾਣੈ ਜਾਤ। ਸਤਿਗੁਰਾਂ ਦੇ ਕੋਲ ਇੱਕ ਪੰਡਤ ਚੱਲ ਕੇ ਆਇਆ ਅਤੇ ਕਹਿਣ ਲੱਗਾ ਕਿ ਪਰਮੇਸ਼ਰ ਦਿਸਦਾ ਨਹੀਂ ਹੈ, ਉਸ ਦਾ ਸਰੂਪ ਕਿਹੋ ਜਿਹਾ ਹੈ। ਇਹ ਸੁਣ ਕੇ ਉਸ ਨੂੰ ਉਪਦੇਸ਼ ਦਿੰਦਿਆਂ ਮਲਾਰ ਰਾਗ ਦੇ ਅੰਦਰ ਪਾਤਸ਼ਾਹ ਫਰਮਾਉਂਦੇ ਕਿ ਜਿਸ ਪਰਮੇਸ਼ਰ ਨੇ ਹਵਾ, ਪਾਣੀ ਆਦਿਕ, ਜਲ ਆਦਿਕ ਤੱਤ ਪੈਦਾ ਕੀਤੇ ਨੇ, ਜਾਂ ਜਿਸ ਨੇ ਹਵਾ ਤੇ ਪਾਣੀ ਆਦਿਕ ਪੰਜਾਂ ਤੱਤਾਂ ਦੁਆਰਾ ਜਾਤ ਸ੍ਰਿਸ਼ਟੀ ਪੈਦਾ ਕੀਤੀ ਹੈ, ਜਾਂ ਪੌਣ ਦੀ ਤਰ੍ਹਾਂ ਰਜੋਗੁਣੀ, ਪਾਣੀ ਦੀ ਤਰ੍ਹਾਂ ਸਤੋਗੁਣੀ ਆਦਿਕ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਰਬ ਕਲਾ ਸਮਰੱਥ ਪ੍ਰਭੂ ਨੂੰ ਜਾਣਨਾ ਕਰੋ। ਇਸੇ ਪ੍ਰਕਾਰ ਪਵਣੈ ਪਾਣੀ ਜਾਣੈ ਜਾਤ। ਜੋ ਹਵਾ ਦੀ ਤਰ੍ਹਾਂ ਨਿਰਲੇਪ ਅਤੇ ਪਾਣੀ ਦੀ ਤਰ੍ਹਾਂ ਸੀਤਲ ਰਹਿੰਦੇ ਨੇ, ਉਹ ਜਾਤ ਬੁੱਧੀ ਦੇ ਅੰਦਰ ਪਰਮਾਰਥ ਦੇ ਤਾਈਂ ਜਾਣ ਸਕਦੇ ਹਨ। ਇਸੇ ਪ੍ਰਕਾਰ ਪਵਣੈ ਪਾਣੀ ਜਾਣੈ ਜਾਤ। ਜੋ ਪੌਣਵਤ ਪਵਿੱਤਰ ਅਤੇ ਪਾਣੀਵਤ ਨਿਰਵਿਕਾਰ ਹਨ, ਉਹ ਬੁੱਧੀ ਦੇ ਅੰਦਰ ਜਾਤ ਗਿਆਤ ਸਰੂਪ ਨੂੰ ਜਾਣ ਲੈਂਦੇ ਨੇ। ਅੱਗੇ ਮਹਾਰਾਜ ਫਰਮਾਉਂਦੇ ਹਨ, ਕਾਇਆ ਅਗਨ ਕਰੇ ਨਿਭ੍ਰਾਂਤ। ਦੇਹ ਦੇ ਵਿੱਚੋਂ ਬ੍ਰਹਮ ਅਭਿਆਸ ਰੂਪ ਅਗਨੀ ਦੇ ਨਾਲ ਹੰਗਤਾ ਜਾਂ ਕਾਮ ਕ੍ਰੋਧ ਰੂਪ ਲੱਕੜਾਂ ਨੂੰ ਸਾੜ ਨਾ ਕਰੇ, ਜਾਂ ਦੇਹ ਦੇ ਵਿੱਚੋਂ ਤ੍ਰਿਸ਼ਨਾ ਰੂਪੀ ਅੱਗ ਦਾ ਤਿਆਗ ਕਰੇ ਅਤੇ ਆਪਣੇ ਆਪ ਨੂੰ ਨਿਭ੍ਰਾਂਤ ਸੰਸ਼ਿਆਂ ਤੋਂ, ਭ੍ਰਾਂਤੀ ਤੋਂ ਰਹਿਤ ਕਰੇ। ਜਮਹਿ ਜੀਆ ਜਾਣੈ ਜੇਥਾ। ਜਿਸ ਬ੍ਰਹਮ ਨੇ ਸਾਰੇ ਜੀਵ ਜੰਮੇ ਨੇ, ਪੈਦਾ ਕੀਤੇ ਨੇ, ਜੇਕਰ ਉਸ ਦੇ ਸਰੂਪ ਰੂਪੀ ਥਾਂ ਨੂੰ ਜਾਣਨਾ ਕਰੇ। ਇਸੇ ਪ੍ਰਕਾਰ ਜਮਹਿ ਜੀਆ ਜਾਣੈ ਜੇਥਾ। ਜਿਸ ਬ੍ਰਹਮ ਨੇ ਅਵਿਦਿਆ ਤੇ ਮਾਇਆ ਕਰਕੇ ਜੀਵ ਭਾਵ ਪੈਦਾ ਕੀਤਾ ਹੋਇਆ ਅਤੇ ਸਰੂਪ ਦਾ ਗਿਆਨ ਭੁੱਲ ਗਿਆ ਹੈ। ਇਸੇ ਪ੍ਰਕਾਰ ਜਮੈ ਜੀਆ ਜਾਣੈ ਜੇਥਾ। ਜਿਸ ਸਤ ਚਿਤ ਆਨੰਦ ਸਰੂਪ ਦੇ ਵਿੱਚੋਂ ਜੀਵ ਪੈਦਾ ਹੋਇਆ, ਜੇਕਰ ਉਸ ਦੇ ਸਰੂਪ ਰੂਪੀ ਤਾਂ ਨੂੰ ਜਾਣ ਲਵੇ। ਇਸੇ ਪ੍ਰਕਾਰ ਜਮਹਿ ਜੀਆ ਜਾਣੈ ਜੇਥਾ। ਜੇਕਰ ਜੀਵ ਦੀ ਅਲ ਭਗਤਾ ਅਤੇ ਈਸ਼ਰ ਦੀ ਸਰਭਗਤਾ ਆਦਿਕ ਦੋਹਾਂ ਦੇ ਵਾਚ ਅਰਥ ਨੂੰ ਛੱਡ ਕੇ ਲੱਖ ਅਰਥ ਵਿੱਚ ਚਿੱਤ ਨੂੰ ਟਿਕਾ ਕੇ ਸਰੂਪ ਰੂਪੀ ਥਾਂ ਨੂੰ ਜਾਣ ਲਵੇ। ਸੁਰਤਾ ਪੰਡਤ ਤਾ ਕਾ ਨਾਉ।
ਉਸ ਦਾ ਨਾਮ ਗਿਆਤਾ ਗੇ ਪੰਡਤ ਹੈ ਜਾਂ ਸੁਰਤਾ ਸ੍ਰੇਸ਼ਟ ਪ੍ਰੀਤੀ ਵਾਲਾ ਪੰਡਤ ਹੈ ਜਾਂ ਉਸ ਦਾ ਨਾਮ ਬ੍ਰਹਮ ਦੇ ਗਿਆਤ ਵਾਲਾ ਪੰਡਤ ਹੈ ਜਾਂ ਉਸ ਦਾ ਨਾਮ ਤੋਂ ਨਿਸ਼ਚੈ ਕਰਕੇ ਪੰਡ ਬੁੱਧੀ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਸੁਰਤਾ ਸਰਵਣ ਕਰਨ ਵਾਲਾ ਸਰੋਤਾ ਹੈ ਜਾਂ ਉਸ ਦਾ ਨਾਮ ਸਮਝਣ ਵਾਲਾ ਪੰਡਤ ਹੈ ਬੁੱਧੀਮਾਨ ਹੈ। ਗੁਣ ਗੋਬਿੰਦ ਨਾ ਜਾਣੀਐ ਹੈ ਮਾਇ। ਹੇ ਮਾਂ, ਹੇ ਸਖੀ, ਪਰਮੇਸ਼ਰ ਦੇ ਗੁਣ ਸ਼ਕਤੀ ਬਿਰਤੀ ਕਰਕੇ ਕਿਸੇ ਪਾਸੋਂ ਜਾਣੇ ਨਹੀਂ ਜਾ ਸਕਦੇ। ਆਣ ਡੀਠਾ ਕਿਛ ਕਹਿਣ ਨਾ ਜਾਏ। ਉਹ ਪਰਮੇਸ਼ਰ ਅਦ੍ਰਿਸ਼ਟਾ ਰੂਪ ਹੈ ਜਾਂ ਡੀਠਾ ਵੇਖਣ ਤੋਂ ਅਣਰਹਿਤ ਹੈ, ਇਸ ਕਰਕੇ ਉਸ ਦੀ ਬਾਬਤ ਕੁਝ ਵੀ ਕਿਹਾ ਨਹੀਂ ਜਾ ਸਕਦਾ। ਉਸ ਦਾ ਰੂਪ ਰੰਗ ਕੁਝ ਵੀ ਕਿਹਾ ਨਹੀਂ ਜਾਂਦਾ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਦੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ। ਜਿਸ ਹੋਵੇ ਸੋ ਪ੍ਰਸੰਨ। ਕਿਆ ਕਰ ਆਖ ਵਖਾਣੀਐ ਮਾਇ। ਹੇ ਮਾਂ, ਮਾਤਾ ਪਿਤਾ ਰੂਪ ਸਤਿਗੁਰੂ ਜੀ, ਫਿਰ ਕੀ ਕਹਿ ਕੇ ਕਥਨ ਕਰੀਏ। ਇਸੇ ਪ੍ਰਕਾਰ ਕਿਆ ਕਰ ਆਖ ਵਖਾਣੀਐ ਮਾਇ। ਮਾਏ ਹੈ ਭਾਈ, ਉਸ ਪਰਮੇਸ਼ਰ ਦਾ ਰੂਪ ਰੰਗ ਆਖ ਮੁਖ ਨਾਲ ਕਹਿ ਕੇ ਕੀ ਕਥਨ ਕਰੀਏ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਅੱਗੇ ਉੱਤਰ ਦਿੰਦੇ ਨੇ। ਉਪਰ ਦਰ ਅਸਮਾਨ ਪਿਆਲ। ਆਕਾਸ਼, ਪਤਾਲ ਅਤੇ ਦਰਮਿਆਨ ਮਾਤ ਲੋਕ, ਇਹਨਾਂ ਸਭਨਾਂ ਲੋਕਾਂ ਤੋਂ ਪਰਮੇਸ਼ਰ ਉੱਪਰ ਹੈ। ਵੱਡਾ ਸਾਹਿਬ, ਉੱਚਾ ਥਾਉ, ਉੱਚੇ ਉੱਪਰ, ਉੱਚਾ ਨਾਉ। ਇਸੇ ਪ੍ਰਕਾਰ ਉਪਰ ਦਾਰੇ ਅਸਮਾਨ ਪਿਆਲ। ਜੋ ਪਰਮੇਸ਼ਰ ਆਕਾਸ਼ ਪਤਾਲ ਆਦਿਕ ਲੋਕਾਂ ਤੋਂ ਉੱਪਰ ਹੈ, ਉਸ ਨੂੰ ਆਪਣੇ ਅੰਦਰ ਜਾਣਨਾ ਕਰੋ। ਇਸੇ ਪ੍ਰਕਾਰ ਉਪਰ ਦਰ ਅਸਮਾਨ ਪਿਆਲ। ਆਕਾਸ਼ ਅਤੇ ਪਤਾਲ ਲੋਕ ਆਦਿ ਨਾਲੋਂ ਹਰੀ ਦਾ ਸੱਚਖੰਡ ਜਾਂ ਸਤਸੰਗਤ ਰੂਪੀ ਦਰ ਉੱਪਰ ਹੈ। ਇਸੇ ਪ੍ਰਕਾਰ ਉਪਰ ਦਰ ਅਸਮਾਨ ਪਿਆਲ। ਜੋ ਅਚਰਜ ਸਰੂਪ ਚਿਦਾਕਾਸ਼ ਰੂਪ ਬ੍ਰਹਮ ਹੈ, ਉਸ ਨੂੰ ਸੰਸਾਰ ਤੋਂ ਉੱਪਰ ਭਾਵ ਉਪਰਾਮ ਹੋ ਕੇ ਤੇ ਪਤਾਲ ਭਾਵ ਨਿਮਰਤਾ ਦੇ ਨਾਲ ਆਪਣੀ ਰਿਧੀ ਦੇ ਅੰਦਰ ਦੇਖਣਾ ਕਰੋ। ਕਿਉ ਕਰ ਕਹੀਐ ਦੇਹੋ ਵਿਚਾਰ। ਇਹ ਪੰਡਤ, ਉਸ ਪਰਮੇਸ਼ਰ ਨੂੰ ਕਿਵੇਂ ਕਰਕੇ ਕਹੀਏ, ਇਸ ਗੱਲ ਦਾ ਵਿਚਾਰ ਦੇਣਾ ਕਰ। ਭਾਵ ਉਸ ਦੇ ਸਰੂਪ ਬਾਬਤ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ। ਸਤਿਗੁਰਾਂ ਦੀ ਉਪਰੋਕਤ ਵਿਚਾਰ ਸੁਣ ਕੇ ਪੰਡਤ ਕਹਿਣ ਲੱਗਾ ਕਿ ਸਤਿਗੁਰੂ ਜੀ, ਤੁਸੀਂ ਹੀ ਇਸ ਗੱਲ ਦਾ ਵਿਚਾਰ ਦੇਣਾ ਕਰੋ। ਇਹ ਸੁਣ ਕੇ ਸਤਿਗੁਰੂ ਜੀ ਦ੍ਰਿਸ਼ਟਾਂਤ ਦੇ ਕੇ ਕਹਿਣ ਲੱਗੇ ਕਿ ਉਸ ਅਕਥ ਸਰੂਪ ਦਾ ਰੂਪ ਅਤੇ ਰੰਗ ਕਥਨ ਨਹੀਂ ਕੀਤਾ ਜਾ ਸਕਦਾ। ਜਿਸ ਪ੍ਰਕਾਰ ਬਿਨ ਜਿਹਵਾ ਜੋ ਜਪੈ ਆਏ। ਜ਼ਬਾਨ ਰਸਨਾ ਦੇ ਹਿਲਾਉਣ ਜਾਂ ਜ਼ਬਾਨ ਤੋਂ ਬਿਨਾਂ ਜਿਹੜਾ ਪੁਰਖ ਹਿਰਦੇ ਦੇ ਨਾਲ ਨਾਮ ਜਪਦਾ ਹੈ, ਕੋਈ ਜਾਣੈ ਕੈਸਾ ਨਾਮ। ਕੋਈ ਕੀ ਜਾਣ ਸਕਦਾ ਕਿ ਉਹ ਕਿਹੋ ਜਿਹਾ ਨਾਮ ਜਪਦਾ ਹੈ। ਇਸੇ ਪ੍ਰਕਾਰ ਸੱਚ ਸਰੂਪ ਜ਼ਬਾਨ ਤੋਂ ਬਗੈਰ ਹਿਰਦੇ ਦੇ ਵਿੱਚ ਲਖਣ ਰੂਪ ਕਰਕੇ ਜਾਣਿਆ ਜਾ ਸਕਦਾ ਹੈ। ਆਪਣੇ ਆਪ ਕੋਈ ਕੀ ਜਾਣ ਸਕਦਾ ਹੈ ਕਿ ਉਸ ਦਾ ਨਾਮ ਤੇ ਰੂਪ ਕਿਹੋ ਜਿਹਾ ਹੈ। ਭਾਵ ਕੋਈ ਨਹੀਂ ਜਾਣ ਸਕਦਾ। ਕਥਨੀ ਬਦਨੀ ਰਹਿ ਨਿਪਰਾਂਤ। ਸੰਸਿਆਂ ਤੋਂ ਰਹਿਤ ਹੋ ਕੇ ਹਰੀ ਜਸ ਕਰਨ ਵਾਲੀ ਕਥਾ ਕਰਨੀ ਤੇ ਬਦਨੀ ਕਵੀਸ਼ਰੀ ਕਰਨ ਵਿੱਚ ਲੱਗਿਆ ਰਹਿਣਾ ਕਰੇ, ਜਾਂ
ਇਸੇ ਪ੍ਰਕਾਰ ਅਸਨੀ ਬਦਨੀ ਰਹਿ ਨਿਪਰਾਂਤ। ਜੋ ਸੋਹਣੀ ਕਥਾ ਤੇ ਕਵੀਸ਼ਰੀਕਰਨ ਦੀ ਹੰਗਤਾ ਕਰਨੀ ਹੈ, ਇਸ ਭ੍ਰਾਂਤੀ ਤੋਂ ਰਹਿਤ ਹੋ ਕੇ ਰਹਿਣਾ ਕਰੇ। ਸੋ ਬੁਝੈ ਹੋਵੈ ਜਿਸ ਦਾਤ। ਪਰ ਉਹ ਪੁਰਖ ਪਰਮੇਸ਼ਰ ਨੂੰ ਬੁੱਝਦਾ ਜਿਸ ਨੂੰ ਗੁਰਾਂ ਦੇ ਪਾਸੋਂ ਪ੍ਰੇਮਾ ਭਗਤੀ ਕਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਅਹਨਿਸ ਅੰਤਰ ਰਹਿ ਲਿਵ ਲਾਇ। ਜੋ ਪੁਰਖ ਰਾਤ ਦਿਨੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨਾਲ ਬਿਰਤੀ ਲਾ ਕੇ ਰਹਿੰਦਾ ਹੈ ਅਤੇ ਸੋਈ ਪੁਰਖ ਜੇ ਸੱਚ ਸਮਾਏ। ਜਿਹੜਾ ਗੁਰੂ ਉਪਦੇਸ਼ ਦੁਆਰਾ ਨਾਮ ਦੀ ਕਮਾਈ ਕਰਕੇ ਸੱਚ ਸਰੂਪ ਦੇ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ ਹੈ, ਉਹੀ ਪੁਰਖ ਸਰਬ ਸ੍ਰੇਸ਼ਟ ਹੈ। ਜਾਤ ਕੁਲੀਨ ਸੇਵਕ ਜੇ ਹੋਏ। ਉੱਤਮ ਜਾਤੀ ਤੇ ਸੁੰਦਰ ਕੁਲ ਵਾਲਾ ਪੁਰਖ ਹੰਗਤਾ ਛੱਡ ਕੇ ਜੇਕਰ ਪਰਮੇਸ਼ਰ ਦਾ ਦਾਸ ਹੋ ਜਾਵੇ। ਕਾ ਕਹਿਣਾ ਕਹੂ ਨਾ ਕੋਈ। ਉਸ ਦਾ ਕਹਿਣਾ, ਉਸ ਦਾ ਵਾਕ ਤਾਂ ਕੋਈ ਕਹਿਣਾ ਹੀ ਨਾ ਕਰੋ, ਕਿਉਂਕਿ ਉਹ ਤਾਂ ਉੱਤਮ ਹੈ ਹੀ ਆ। ਪਹਿਲਾਂ ਵੀ ਉਹ ਉੱਚਾ ਸੀਗਾ, ਬ੍ਰਾਹਮਣ ਸੀ, ਜੱਟ ਸੀ, ਜਾਂ ਕੁਛ ਵੀ ਲਾ ਲਓ, ਉੱਚੀ ਜਾਤ ਵਾਲਾ। ਜੇ ਉਹ ਗੁਰਦੁਆਰੇ ਆ ਗਿਆ, ਉਹਨੇ ਅੰਮ੍ਰਿਤ ਛਕ ਲਿਆ, ਪ੍ਰਧਾਨ ਬਣ ਗਿਆ, ਸੇਵਾ ਕਰਨ ਲੱਗ ਪਿਆ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈ। ਉਹ ਤਾਂ ਪਹਿਲਾਂ ਹੀ ਵੱਡਾ ਸੀਗਾ। ਨਾਮ ਜਪ ਕੇ ਤਾਂ ਬੰਦਾ ਹੋਰ ਸੋਹਣਾ ਹੋ ਬਣ ਜਾਂਦਾ। ਉਹਦਾ ਪੂਰਾ ਜਸ ਕਥਨ ਨਹੀਂ ਕੀਤਾ ਜਾ ਸਕਦਾ। ਜਾਂ ਜਿਸ ਦੀ ਚੰਗੀ ਕੁਲ ਉੱਤਮ ਜਾਤੀ ਵਾਲੇ ਨੂੰ ਸਰੂਪ ਦੀ ਸਖਿਆਤਤਾ ਹੋ ਗਈ ਹੈ, ਉਹਦੀ ਬਾਬਤ ਕੀ ਕਹਿਣਾ ਹੈ। ਉਹ ਤਾਂ ਪਹਿਲਾਂ ਹੀ ਉੱਚਾ ਸੀਗਾ, ਉਹ ਤਾਂ ਪਹਿਲਾਂ ਹੀ ਉੱਤਮ ਹੈ। ਵਿੱਚ ਸੰਦਾਤੀ ਸੇਵਕ ਹੋਏ। ਸਾਧ ਸੰਗਤ ਜੀਓ, ਇੱਕ ਭਗਤ ਰਵਿਦਾਸ ਜੀ ਦੀ ਜਾਤ ਹੈ, ਚਮਿਆਰ ਜਾਤ, ਤੋਂ ਇੱਕ ਕਬੀਰ ਸਾਹਿਬ ਜੀ ਦੀ ਜਾਤ ਹੈ, ਜੁਲਾਹਾ ਜਾਤ। ਇੱਕ ਭਾਈ ਜੀਵਨ ਸਿੰਘ ਜੀ ਦੀ ਜਾਤ ਹੈ, ਧਰਮੀ ਸਿੰਘ, ਮਜਬੀ ਸਿੰਘ ਸਾਹਿਬ। ਸੋ ਆਮ ਲੋਕਾਂ ਨੇ ਬ੍ਰਾਹਮਣੀ ਮਤ ਅਨੁਸਾਰ ਇਹਨਾਂ ਨੂੰ ਆਪ ਤੋਂ ਨੀਵੇਂ ਮੰਨਿਆ। ਸਭ ਤੋਂ ਵੰਡੀਆਂ ਪਾਉਣ ਵਾਲੀ ਤਾਂ ਸਾਡੀ ਗੌਰਮੈਂਟ ਹੈ, ਸਰਕਾਰ ਹੈ, ਜਿਨਨੇ ਸਰਕਾਰੀ ਦਰਬਾਰੇ ਵੀ ਕੈਟਾਗਰੀਆਂ ਬਣਾਈਆਂ ਨੇ। ਕਿਤੇ ਅਸੁਵਿਧਾ ਕੇਂਦਰ ਚਲੇ ਜਾਓ, ਕੋਰਟ ਕਚਹਿਰੀਆਂ 'ਚ, ਕਿਤੇ ਸਕੂਲ ਚਲੇ ਜਾਓ, ਕਾਲਜ ਚਲੇ ਜਾਓ, ਟੁੱਟੇ ਜਿਹੇ ਥਾਣੇ ਹੀ ਚਲੇ ਜਾਓ। ਪੁਲਿਸ ਵਾਲੇ ਸਭ ਤੋਂ ਪਹਿਲਾਂ ਪਾਸਪੋਰਟ ਦੀ ਇਨਕੁਆਇਰੀ ਵੇਲੇ ਪੁੱਛਦੇ ਨੇ ਵੀ ਤੁਸੀਂ ਕੌਣ ਹੋ। ਬੰਦਾ ਕੋਈ ਪੁੱਛਣ ਵਾਲਾ ਹੋਵੇ ਵੀ ਕਿਸੇ ਦਾ ਕੋਈ ਮਤਲਬ ਹੈ ਇਸ ਤਰ੍ਹਾਂ ਪੁੱਛਣ ਦਾ। ਬੰਦਾ ਤਾਂ ਬੰਦਾ ਹੀ ਹੈ। ਜਾਤ ਪਾਤ ਤਾਂ ਖੁਦ ਅਸੀਂ ਆਪ ਬਣਾਈ ਹੋਈ ਹੈ। ਇੱਕ ਪਾਸੇ ਕਹਿੰਦੇ ਆ ਕਿ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ, ਤਾਂ ਫਿਰ SC BC OBC ਇਹਦਾ ਮਤਲਬ ਕੀ ਹੋਇਆ? ਇਹਦਾ ਤਾਂ ਕੋਈ ਮਤਲਬ ਨਹੀਂ ਹੈ। ਖੁਦ ਸਰਕਾਰ ਆਪ ਹੀ ਵੰਡੀਆਂ ਪਾ ਰਹੀ ਹੈ ਤੇ ਦੂਜੇ ਪਾਸੇ ਬੀਬੀਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਹੋਏ ਨੇ। ਕੋਰਟ ਕਚਹਿਰੀਆਂ ਦੇ ਵਿੱਚ ਕਈ ਵਾਰ ਬੰਦਿਆਂ ਨੂੰ ਫਜ਼ੂਲ ਘੜੀਸਿਆ ਜਾਂਦਾ। ਮਤਲਬ ਜ਼ਰੂਰੀ ਨਹੀਂ ਵੀ ਬੀਬੀ ਉੱਪਰ ਹੀ ਜ਼ਿਆਦਤੀ ਹੁੰਦੀ, ਬੰਦਿਆਂ ਤੇ ਵੀ ਹੁੰਦੀ ਹੈ। ਝੂਠ ਹੀ ਕੇਸ ਪਾਏ ਹੁੰਦੇ ਨੇ। ਤੇ ਇਸ ਵਾਸਤੇ ਸੱਚ ਤੇ ਝੂਠ ਦੀ ਪਹਿਚਾਣ ਕਰਨੀ ਚਾਹੀਦੀ ਹੈ। ਇਹ ਕੋਈ ਜ਼ਰੂਰੀ ਨਹੀਂ ਵੀ ਜ਼ੁਲਮ ਬੀਬੀ ਤੇ ਹੋਇਆ, ਬੰਦੇ ਤੇ ਵੀ ਹੋ ਸਕਦਾ ਹੈ। ਵੇਖਣਾ ਚਾਹੀਦਾ ਕਿ ਮਜ਼ਲੂਮ ਬੰਦਾ ਹੈ ਕਿ ਜਾਂ ਇਸਤਰੀ ਹੈ। ਸ਼ਰਾਰਤ ਕਿਹਨੇ ਕੀਤੀ ਹੈ? ਲਾਲਚ ਕਿਸ ਦੇ ਮਨ ਦੇ ਵਿੱਚ ਹੈ? ਆ ਦਾਜ ਦਹੇਜ ਦੇ ਕੇਸ ਸਾਧਕ ਨੇ। ਭਾਵੇਂ ਕਿ ਸਰਕਾਰ ਵੱਲੋਂ ਇਹ ਤਾਂ ਪੁੱਛਿਆ ਜਾਂਦਾ ਵੀ ਵਿਆਹ ਨੂੰ ਕਿੰਨਾ ਚਿਰ ਹੋਇਆ, ਆਖੇ ਜੀ 10 ਸਾਲ। ਤੇ ਭੈਣਾ ਤੈਨੂੰ ਅੱਜ ਚੇਤਾ ਆਇਆ ਵੀ ਸਹੁਰੇ ਦਾਜ ਮੰਗਦੇ ਨੇ 10 ਸਾਲਾਂ ਬਾਅਦ? ਮਤਲਬ ਕਹਿਣ ਦਾ ਵੀ ਫਜ਼ੂਲ ਦੀਆਂ ਗੱਲਾਂ ਬਾਤਾਂ, ਕਾਨੂੰਨ ਨੂੰ ਗਲਤ ਤਰੀਕੇ ਨਾਲ ਵਰਤਿਆ ਜਾਂਦਾ। ਤਾਂ ਇਸ ਵਾਸਤੇ ਅਸੀਂ ਖੁਦ ਆਪ ਹੀ ਗੁਨਾਹਗਾਰ ਹਾਂ। ਇਹ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਹਨ ਗੁਰੂਆਂ ਨੇ, ਜੇ ਸੱਚਮੁੱਚ ਹੀ ਆਪਾਂ ਸਿੱਖ ਹਾਂ ਜਾਂ ਪੰਜਾਬੀ ਹਾਂ, ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਭ
ਵੰਡੀਆਂ ਨੂੰ ਮੇਟ ਕੇ ਇੱਕੋ ਹੀ ਗੁਰਸਿੱਖੀ ਦੀ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਛਕਾ ਕੇ ਤਾਂ ਮਹਾਰਾਜ ਨੇ ਸਿੰਘ ਸਜਾਏ ਨੇ। ਤੋ ਵੈਸੇ ਆਮ ਲੋਕਾਂ ਦੇ ਵਿੱਚ ਬੰਬੇ ਵਾਲੇ ਪਾਸੇ ਇੱਕ ਸਭ ਤੋਂ ਨੀਵੀਂ ਜਾਤ ਮੰਨੀ ਗਈ ਹੈ, ਜਿਹਦੇ ਨਾਲ ਜਿਹੜੀਆਂ ਅਸੀਂ SC BC ਜਾਤਾਂ ਮੰਨੀਆਂ ਉਹ ਵੀ ਵਰਤਦੇ ਨਹੀਂ ਹਨ। ਉਹਨੂੰ ਕਹਿੰਦੇ ਨੇ ਸਨਾਤ ਜਾਤ। ਰਹਿ ਰਾਸ ਦੇ ਵਿੱਚ ਵੀ ਆਉਂਦਾ ਹੈ ਕਿ ਜਿਹੜਾ ਨਾਮ ਨਹੀਂ ਜਪਦਾ ਉਹ ਸਮਝ ਲਓ ਵੀ ਸਨਾਤ ਜਾਤ ਹੈ। ਇਹ ਅਤ ਨੀਵੀਂ ਜਾਤ ਲੋਕਾਂ ਨੇ ਨੀਚ ਜਾਤ ਮੰਨੀ ਹੋਈ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕੋਈ ਸਨਾਤੀ ਜਾਤ ਵਿੱਚ ਜਿਹੜੀ ਬੰਬੇ ਵਾਲੇ ਪਾਸੇ ਹੈ, ਨੀਚ ਜਾਤੀ ਵਿੱਚ ਵੀ ਪਰਮੇਸ਼ਰ ਦਾ ਦਾਸ ਹੋ ਜਾਵੇ, ਉਹ ਮਤਲਬ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪਵੇ। ਨਾਨਕ ਪਣੀਆਂ ਪਹਿਰੈ ਸੋਏ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਕਿ ਉਹ ਸਾਡੇ ਤਨ ਦੀਆਂ ਜੁੱਤੀਆਂ ਬਣਾ ਕੇ ਆਪਣੇ ਪੈਰਾਂ ਵਿੱਚ ਪਹਿਨ ਲੈਣਾ ਕਰੇ। ਇਹਨਾਂ ਸਤਿਗੁਰੂ ਜੀ ਨਾਮ ਜਪਣ ਵਾਲੇ ਪੁਰਖ ਨਾਲ ਪਿਆਰ ਕਰਦੇ ਨੇ। ਮਤਲਬ ਕਈ ਸਿਰ ਫਿਰੇ ਲੋਕ ਇਹ ਆਮ ਹੀ ਕਹਿ ਦਿੰਦੇ ਨੇ, ਅਖੇ ਜੀ ਇਹ ਤਾਂ ਬਾਹਮਣ ਮੱਤ ਹੈ ਜੀ, ਜਿਹੜਾ ਮਾਸ ਖਾਣ ਤੋਂ ਰੋਕਣਾ ਹੈ। ਜੇ ਉਹਨਾਂ ਨੂੰ ਕਹੀਏ ਵੀ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਤੁਸੀਂ ਮੰਨਦੇ ਹੀ ਹੋ, ਗੁਰੂ ਗ੍ਰੰਥ ਸਾਹਿਬ ਤਾਂ ਬਾਹਮਣ ਨਹੀਂ, ਮੈਨੂੰ ਮਾਫ ਕਰਨਾ। ਜੇ ਤੁਸੀਂ ਮੰਨਦੇ ਹੋ ਤਾਂ ਬਾਣੀ ਵਿੱਚ ਤਾਂ ਲਿਖਿਆ ਹੈ, ਕਬੀਰ ਖੂਬ ਖਾਨਾ ਖੀਚਰੀ ਜਾਮਹਿ ਅੰਮ੍ਰਿਤ ਲੋਣ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਹੀਰਾ ਨਾਮ ਹੈ ਸ਼ਿਕਾਰ ਦੀ ਰੋਟੀ ਲਈ, ਮਤਲਬ ਜੀਵ ਮਾਰ ਕੇ, ਕੀ ਕਹਿੰਦੇ ਆਪਣੇ ਹੱਥੀਂ ਮਾਰ ਲਓ, ਮਰਿਆ ਨਹੀਂ ਖਾਣਾ। ਦੱਸੋ ਕਿੰਨੀ ਮੂਰਖਤਾ ਹੈ। ਖਾਈ ਦਾ ਤਾਂ ਮਰੇ ਨੂੰ ਹੀ ਹੈ, ਭਾਵੇਂ ਆਪ ਮਾਰ ਲਓ ਤੇ ਭਾਵੇਂ ਪਹਿਲਾਂ ਮਰਿਆ ਹੋਵੇ। ਖਾਈ ਦਾ ਤਾਂ ਮਰਿਆ ਹੀ ਹੈ ਨਾ, ਮੁਰਦਾ ਹੀ ਹੈ ਨਾ। ਮਹਾਰਾਜ ਨੇ ਆਖਿਆ ਵੀ ਗੁਰ ਪੀਰ ਹਮ ਤਾਂ ਪਰੇ ਜਾ ਮੁਰਦਾਰ ਨਾ ਖਾਏ। ਮਤਲਬ ਸਾਰੇ ਤਾਂ ਮੁਰਦਾ ਹੀ ਖਾਂਦੇ ਨੇ ਨਾ, ਭਾਵੇਂ ਝਟਕਾ ਕਰਦੇ ਨੇ ਤੇ ਭਾਵੇਂ ਉਹਨੂੰ ਕੋਹ ਕੇ ਮਾਰਦੇ ਨੇ ਤੇ ਭਾਵੇਂ ਸ਼ਿਕਾਰ ਕਰਦੇ ਨੇ, ਜਾਂ ਆਪ ਦੇ ਹੱਥੀਂ ਮਾਰਦੇ ਜਾਂ ਮਰਿਆ ਖਾਂਦੇ। ਖਾਂਦੇ ਤਾਂ ਮਰਿਆ ਹੀ ਨੇ। ਮੁਰਦਾ ਖਾਣ ਵਾਲੇ ਤਾਂ ਮਹਾਰਾਜ ਕਹਿੰਦੇ ਉਹਨਾਂ ਦੀ ਹਾਮੀ ਨਹੀਂ ਭਰਦਾ, ਨਾ ਗੁਰੂ ਨਾ ਪੀਰ। ਤੋ ਸ਼ਿਕਾਰ ਦੀ ਰੋਟੀ ਵਾਸਤੇ ਕਿਹੜਾ ਗਲਾ ਕਟਾਵੇ। ਇਸ ਲਈ ਸਾਨੂੰ ਤਾਂ ਖਿਚੜੀ ਚੰਗੀ ਹੈ। ਗੁਰਦੁਆਰੇ ਤਾਂ ਸਿੰਘ ਸ਼ਹੀਦਾਂ ਖਿਚੜੀ ਬਣਦੀ ਹੈ, ਜਿਹਦੇ ਵਿੱਚ ਅੰਮ੍ਰਿਤ ਵਰਗਾ ਲੂਣ ਪਿਆ ਹੁੰਦਾ, ਬਹੁਤਾ ਮਿਰਚ ਮਸਾਲਾ ਮੀਟ ਮੁਰਗਾ ਨਹੀਂ ਚੱਲਦਾ। ਜੇ ਕੋਈ ਬਹੁਤਾ ਰੌਲਾ ਪਏ ਬਣਾ ਕੇ ਵਿਖਾਏ ਭਲਾ ਉਹਦੇ ਕੰਨ ਤੇ ਨਾ ਵੱਜਣਗੀਆਂ, ਤੂੰ ਵੱਡਾ ਸਿੱਖ ਆਇਆ ਇਹ ਕੰਮ ਕੀ ਕਰ ਰਿਹਾ। ਮੇਰਾ ਸਕਾ ਭਰਾ ਪੰਜਾਂ ਪਿਆਰਿਆਂ 'ਚ ਸੀਗਾ, ਤਖਤ ਦਮਦਮਾ ਸਾਹਿਬ, ਉਹਨਾਂ ਕੰਨ ਫੜ ਲਏ ਕਿਸੇ ਦੇ। ਲੰਗਰ ਦੇ ਵਿੱਚ ਹੀ ਹਾਸੇ ਮਖੌਲ ਨਾਲ ਵੀ ਕੀ ਬਣਾ ਰਹੇ ਹੋ, ਕੀ ਬਣਾ ਰਹੇ, ਕੱਲੇ ਕੱਲੇ ਖਾ ਰਹੇ ਹੋ। ਉਹ ਕੀਤਾ ਤਾਂ ਮਖੌਲ, ਜਦੋਂ ਉੱਤੋਂ ਲਾਇਆ ਤੇ ਪਤੀਲੇ 'ਚ ਕੁਛ ਹੋਰ ਹੀ, ਤੇ ਉਹ ਬੀਬੀ ਜੀ ਗੁੱਸੇ ਹੋ ਗਏ। ਤੇ ਉਹ ਜਿਹੜੇ ਮਾੜੇ ਮੋਟੇ ਨਵੇਂ ਸੀਗੇ ਉਹਨਾਂ ਨੂੰ ਤਾਂ ਘਰਾਂ ਨੂੰ ਤੋਰਤਾ, ਤੇ ਬਾਕੀਆਂ ਦੀ ਬਦਲੀ ਕਰਕੇ ਕੋਈ ਕਿਤੇ ਕੋਈ ਕਿਤੇ। ਅਖੰਡੇ ਵਾਲੇ ਜਿਹੜੇ ਗੁਰਮੁਖ ਪੰਜ ਪਿਆਰੇ, ਇਹਨਾਂ ਦੇ ਨਾਲ ਸਰਦਾਰ ਮੰਗਲ ਸਿੰਘ ਜੀ ਹੁੰਦੇ ਸੀ ਪੰਜਾਂ ਪਿਆਰਿਆਂ ਵਾਲੇ, ਉਹ ਦਮਦਮਾ ਸਾਹਿਬ ਤੋਂ ਟ੍ਰਾਂਸਫਰ ਹੋ ਕੇ ਅਕਾਲ ਤਖਤ ਤੇ ਆਏ, ਤੇ ਉਹ ਸਾਡੇ ਨੂੰ ਤਾਂ ਘਰ ਹੀ ਤੋਰਤਾ। ਥੋੜਾ ਚਿਰ ਹੋਇਆ ਸੀ, ਇੱਕ ਅਮਰੀਕਾ ਬੈਠਾ ਹੈ ਜਥੇਦਾਰ। ਮਤਲਬ ਇਹ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਗੁਰੂ ਕੇ ਲੰਗਰ ਦੇ ਵਿੱਚ। ਭਾਵੇਂ ਅਸੀਂ ਮੰਨਦੇ ਹਾਂ ਵੀ ਆਪਾਂ ਸਿੰਘ ਸਾਹਿਬ ਹਾਂ, ਪਰ ਗੁਰੂ ਕੇ ਲੰਗਰ 'ਚ ਕੋਈ ਕਰਕੇ ਦਿਖਾਏ ਇਸ ਤਰ੍ਹਾਂ ਦਾ ਕੰਮ। ਗੁਰਦੁਆਰੇ ਤਾਂ ਖਿਚੜੀ ਹੈ। ਸਿਰ ਫਿਰੇ ਲੋਕ ਕੀ ਕਹਿੰਦੇ ਨੇ, ਅਖੇ ਜੀ ਕਬੀਰ ਤਾਂ ਜਲਾਇਆ ਸੀਗਾ। ਦੱਸੋ ਕਰ ਲੋ ਗੱਲ, ਕੋਈ ਕਰਨ ਵਾਲੀ ਹੈ। ਬੰਦਾ ਪੁੱਛੇ ਵੀ ਸ੍ਰੀ ਗੁਰੂ ਅਰਜਨ ਦੇਵ ਨੇ ਤਾਂ ਆਪਣੇ ਗੋਡੇ ਕੋਲ ਬਿਠਾਇਆ, ਤੁਸੀਂ ਕਿਵੇਂ ਕਹਿ ਸਕਦੇ ਹੋ ਭਾਈ ਜਲਾਇਆ ਸੀ। ਕਹਿੰਦੇ ਉਹ ਤਾਂ ਵੈਸ਼ਨੋ ਸੀਗਾ, ਉਹਦਾ ਗੁਰੂ ਰਾਮਾਨੰਦ ਸੀਗਾ। ਰਾਮਾਨੰਦ ਹਿੰਦੂ ਸੀ। ਹਿੰਦੂ ਗੁਰੂ ਦਾ ਸਿੱਖ ਉਹ ਤਾਂ ਇਸ ਤਰ੍ਹਾਂ ਹੀ ਕਹੂਗਾ। ਦੱਸੋ
कोई गल करने वाली नहीं है। तो महाराज गुरु नानक साहब ने भी लिखिया असंख गलवड हत्या कमाहे। तो इंज कई दजैक पैदा करते हैं कि ये जिन्हां दी बाणी है तो गुरुआं दी बाणी नहीं जी, सानू तो सोढ़ी सुल्तान दा हुक्मनामा सुनाओ, पातशाह गुरु रामदास दा, ये तो रविदास दा, ये तो कबीर जी दा। साडे मन दे विच अजे भी दुविधा पई हुई है, फटिया होया मन। इस वास्ते श्री गुरु नानक देव महाराज नूं जे सचमुच आपां मनदे आ, उन्हां दी बाणी ते भी अमल करना चाहिए। जे धन गुरु गोबिंद सिंह दे आपां सिख हां ते उन्हां ने अमर छका के सारी जात पात मिटी, सानू भी वो उपदेश धारण करना चाहिए। महाराज कहंदे जिहड़ा उत्तम जात वाला वो गातरा पा के सेवादार बन जाए, ग्रंथी बन जाए, नाम जपन लग पए, वो तो पहला ही उत्तम सीगा, उहदा तां आपां कुछ भी गुण नहीं कह सकते, ਉਹਦੀ महिमा कथन तो रहत है। पर जे कोई सनात जाति विच भी पैदा हो के गुरु दा सिख बन जाए, सेवक बन जाए, नाम जपन लग पए, असीं तां ਉਹਦੇ भी चरना दे दास हाँ। वो आपदे पैरां दे विच साडे चंम दीयां जुत्तियां पाए। भाई गुरदास जी दा बचन है, मेरी खल्लों मोजड़ गुरसिख हंडांदे। भाई मरदाना जी दे नाल सतगुरु महाराज का था प्यार सीगा, भावें कि मरासी जात विचों मुसलमान जात विचों सन। लोगों ने सतगुरु जी के मुख ते भी उल्टियां सीधियां बातां कीतियां, पर सतगुरु महाराज ने जिंदगी भर उन्होंने आप दे नाल रखिया ते उन्हें महाराज के चरणों च विश्वास पूरे किए। ये सतगुरु महाराज सच्चे पातशाह जी की वडियाई है। जिहड़ा वड्डा बंदा है, मेरे ख्याल मुताबिक उन्होंने कहा जाता, जिहड़ा हेठां बैठे नूं महसूस ना होण दे कि वह नीवा है। साडे गुरु साहब जी वेखो किन्ने उच्चे प्रकाशमान ने, ते आ जिहड़ी स्टेज ना लाई है उन्हां महाराज तो भी पता नहीं उच्ची लाती। ते मैनूं तां कल दी शर्म जी आ रही है, सानू तां संग आउंदी एक है बराबर ते 2 इंच आपां अगे ही होवांगे गुरु ग्रंथ साहिब तो। वेखो ये महाराज की वडियाई है। तो ये जिहड़ा थड़ा साहिब है बाबे हनुमान सिंह की शहीदी का स्थान है, जिहदे ते मत्था टेकना बनदा, पर असीं उत्ते पैर रख के उत्ते बह जाने आ। किड्डा वड्डा वेखो पाप ते गुनाह है। आ जिहड़ा निशान साहिब है, निशान साहिब के उपर जब चोला चढ़ाई दा सेवादार वो पैर ला के तां नूं चढ़दा है, किड्डा वड्डा पाप है, देखो गुनाह है। हुण की करिए दसो। महाराज ने खुद आप ही बांह तो फड़ के खिंचिया है, कहंदे आओ भाई मेरे नाल बैठो। ये गुरु साहब की वडियाई है। साडे सन्मुख भी गुरबाणी प्रकाश है, आपां गुरबाणी दी ताबिया हाँ। थड़े साहब जी उस वक्त बैठी दा जदों गुरबाणी दा पाठ पढ़ना हुंदा। तो इस वास्ते महाराज ने आप दे बराबर वेखो। श्री गुरु हरगोबिंद साहब जी ने भी जद भाई गोपाले तो जपजी साहब सुनिया सी ते अपने तो उच्चा सिंघासन उन्होंने दिता सीगा। क्यों? क्योंकि जपजी साहब गुरु नानक साहब जी दा है ते गुरु हरगोबिंद साहब जी अपने आप नूं कोई भी गुरु साहब वो वड्डियां नूं गुरु मानते हुंदे, अपने आप नूं दास मानते, गुरबाणी का हमेशा सत्कार करते रहे। तो इसलिए ये गुरु घर की बहुलता है। जिहड़ा बाणी पढ़न वाला कथा कीर्तन की जब पेशकश करनी हुंदी, उन्ना समा उच्ची स्टेज के उपर साध संगत वालों बिठाया जाता ते रब वर्गी संगत हेठां चौंकड़ा मार के बैठती है। ये गुरु साहब की वडियाई है। पर महाराज ने वेखो जनाया नहीं है कि मैं उच्चा दे तुसी नीवे हो। नीचा अंदर नीच जात, नीची हूँ अत नीच, नानक तिनकै संग साथ, वड्डियां स्यों क्या रीस, जिथे नीच संभालियन तिथे नदर तेरी बख्शीश। गुरु घर दे 4 सपेरे दरवाजे खोल के रखे ने। ब्राह्मण खत्री सूद वैस 4 वर्ण 4 आश्रम है, जो हर ध्यावै सो प्रधान, जो चंदन निकट वसै हिरड बपड़ा, त्यो सत्संगत मिल पतत प्रमाण। पतत कहंदे ने नीवा,
ਉਹ ਵੀ ਪ੍ਰਮਾਣ ਹੋ ਜਾਂਦਾ। ਜਿਹੜਾ ਚੰਦਨ ਦੇ ਕੋਲ ਵਸਦਾ, ਚੰਦਨ ਨਿਕਟ ਸਭ ਚੰਦਨ ਹੋਈਆ, ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੈ ਵਸਿਆ ਭਗਵਾਨ, ਜਾਂ ਨਾਨਕ ਤਿਸ ਕੇ ਚਰਨ ਪਖਾਲੈ, ਜੋ ਹਰ ਜਨ ਨੀਚ ਜਾਤ ਸੇਵਕਾ। ਜਿਹੜੀ ਜਾਤ ਹੈ ਉਹ ਬੰਦੇ ਦੇ ਜਨਮ ਤੋਂ ਨਹੀਂ ਪਹਿਚਾਣੀ ਜਾਂਦੀ। ਰਾਮਾਨੰਦ ਜੀ ਨੇ ਰਵਿਦਾਸ ਨੂੰ ਆਖਿਆ ਸੀ, ਗੁਰਮੁਖਾ ਮਾਂ ਨਹੀਂ ਮਾੜੀ ਹੁੰਦੀ, ਦੁੱਧ ਪੀ ਲਾ, ਮਾਤਾ ਰੱਬ ਵਰਗੀ ਹੈ, ਜੋ ਰੱਬ ਨੇ ਦਿੱਤੀ ਉਹਦੀ ਕੁੱਖ ਤੋਂ ਜਨਮ ਹੋਇਆ। ਜਾਤ ਤਾਂ ਬੰਦੇ ਦੇ ਕਰਮਾਂ ਤੋਂ ਪਹਿਚਾਣੀ ਜਾਂਦੀ ਹੈ। ਜੇ ਬਾਹਮਣ ਉੱਚੀ ਜਾਤ ਵਾਲਾ ਹੋ ਕੇ ਸਿਰ ਮਨਾਈ ਫਿਰੇ, ਉਹ ਕਾਹਦਾ ਸਿੱਖ ਹੈ ਦੱਸੋ? ਸ਼ਰਾਬ ਦੇ ਠੇਕਿਆਂ ਤੁਰੇ ਫਿਰੇ, ਫੀਮ ਭੰਗ ਪੋਸਤ ਡੋਡੇ ਨਸ਼ਿਆਂ ਨਾਲ ਆਪਦੀ ਜ਼ਿੰਦਗੀ ਬਰਬਾਦ ਕਰਦੇ, ਉਹ ਕੋਈ ਉੱਚੀ ਜਾਤ ਵਾਲਾ ਥੋੜੋ ਹੈ। ਤੇ ਜੇ ਕੋਈ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਗੁਰਸਿੱਖੀ ਕਮਾਏ ਤਾਂ ਉੱਤਮ ਹੈ। ਮਾਰੇ ਕਹਿੰਦੇ ਤੂੰ ਉੱਤਮ ਹੋ ਨੀਚ ਸੇਵਕ ਕਾਂਢੀਆ। ਅਸੀਂ ਤਾਂ ਸਾਰੇ ਹੀ ਨੀਵੇਂ, ਗੁਰੂ ਸਾਹਿਬ ਉੱਤਮ ਨੇ। ਇਸ ਵਾਸਤੇ ਉੱਤਮ ਉਹ ਹੈ, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੈ ਕੋ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ। ਜਿਹੜਾ ਵੀ ਜਪਦਾ ਉਸ ਦੀ ਮੁਕਤੀ ਹੁੰਦੀ ਹੈ। ਇਸ ਲਈ ਮਹਾਰਾਜ ਕਥਨ ਕਰਦੇ ਨੇ ਨਿਮਰਤਾ ਦੇ ਵਿੱਚ ਕਿ ਕੋਈ ਨੀਵੀਂ ਜਾਤ ਵਾਲਾ ਰਵਿਦਾਸ ਜੀ ਵਰਗਾ, ਭਗਤ ਕਬੀਰ ਜੀ ਵਰਗਾ, ਤੋ ਭਗਤ ਨਾਮਦੇਵ ਜੀ ਵਰਗਾ, ਭਗਤ ਧੰਨਾ ਜੀ ਵਰਗਾ, ਜਿਹਨੂੰ ਬ੍ਰਹਮਣ ਨੇ ਸਿੱਧਾ ਸਾਦਾ ਮੂਰਖ ਜੱਟ ਗਿਣਿਆ, ਇਹੋ ਜਿਹੇ ਗੁਰਮੁਖ ਜੇ ਨਾਮ ਜਪ ਲੈਣ ਤਾਂ ਉਹ ਨਾਮ ਜਪ ਕੇ ਸਾਡੇ ਸਿਰ ਉੱਪਰ ਬਿਰਾਜਮਾਨ ਹੋਣ। ਅਸੀਂ ਉਹਨਾਂ ਦੇ ਚਰਨਾਂ ਦੇ ਜੋੜੇ ਬਣੀਏ। ਤੇ ਸੱਚਮੁੱਚ ਹੀ ਗੁਰੂ ਮਹਾਰਾਜ ਨੇ, ਜੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਮੈਂ ਉੱਥੇ ਬੈਠਾ ਹੁੰਦਾ, ਮੈਂ ਤਾਂ ਕਹਿ ਦੇਣਾ ਸੀ ਵੀ ਮਹਾਰਾਜ ਤੁਸੀਂ ਐਡੀ ਉੱਚੀ ਜਾਤ ਵਾਲੇ, ਤੇ ਯਾਰ ਰਵਿਦਾਸ ਤਾਂ ਵੇਖੋ, ਇਹਨੂੰ ਪਰਾਂ ਕਰੋ ਜੀ। ਆ ਕਿੱਧਰੋਂ ਆ ਗਏ ਬਾਹਮਣ RSS ਵਾਲੇ ਭੱਟ, ਹਿੰਦੂ ਹੀ ਸੀਗੇ। ਪੰਜਾਬੀ ਤਾਂ ਉਹਨਾਂ ਨੂੰ ਆਉਂਦੀ ਨਹੀਂ ਸੀਗੀ, ਉਹ ਤਾਂ ਮਹਾਰਾਜ ਨੇ ਸਿਖਾਈ ਹੈ। ਮਹਾਰਾਜ ਤਾਂ ਹਿੰਦੂ ਨੇ, ਹਿੰਦੀ ਬੋਲਣ ਵਾਲੇ, ਇਹਨਾਂ ਨੂੰ ਭਜਾਓ ਉੱਥੇ। RSS ਵਾਲੇ ਨੇ, ਇਹਨਾਂ ਦੀ ਬਾਣੀ ਨਾ ਲਿਖੋ ਜੀ। ਅੱਜ ਕੱਲ੍ਹ ਦੇ ਸਿਆਣੇ ਜਿਹੜੇ ਵਿਦਵਾਨ ਜੰਮੇ ਨੇ, ਉਹਨਾਂ ਮਹਾਰਾਜ ਨੂੰ ਵੀ ਰੋਕਣਾ ਸੀਗਾ। ਪਰ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਆਪਾਂ ਕਹਿਣਾ ਸੀ ਫਰੀਦ ਤਾਂ ਮੁਸਲਮਾਨ ਹੈ ਜੀ, ਮੁਸਲਮਾਨ ਤਾਂ ਇੰਝ ਹੁੰਦੇ ਉਂਝ ਹੁੰਦੇ ਜੀ, ਪਰ ਨਹੀਂ। ਸਤਿਗੁਰੂ ਜੀ ਨੇ ਉਹਨਾਂ ਦਾ ਜੀਵਨ ਪਹਿਚਾਣਿਆ, ਉਹਨਾਂ ਦੇ ਗੁਣ ਪਹਿਚਾਣੇ, ਔਰ ਉਹਨਾਂ ਦੀ ਜੋਤ ਨੂੰ ਪਹਿਚਾਣਿਆ। ਜਾਣੋ ਜੋਤ ਨਾ ਪੁੱਛੋ ਜਾਤੀ, ਕਿਆ ਜਾਤੀ ਕਿਆ ਹੁਣ ਹੋਵੇ। ਸੱਚੇ ਪਾਤਸ਼ਾਹ ਨੇ ਉਹਨਾਂ ਦੀ ਕਿਰਪਾ ਕਰਕੇ ਬ੍ਰਹਮ ਗਿਆਨ ਬਖਸ਼ਿਆ, ਆਪ ਹੀ ਖੁਦ ਉਹਨਾਂ ਨੂੰ ਆਪ ਦੇ ਲਾਇਕ ਬਣਾਇਆ। ਫਿਰ ਉਹਨਾਂ ਨੂੰ ਹੁਕਮ ਕਰਕੇ ਬਾਣੀ ਉਚਰਵਾਈ। ਪੰਜਾਬੀ ਨਹੀਂ ਕਿਸੇ ਨੂੰ ਵੀ ਆਉਂਦੀ ਸੀਗੀ, ਜਿੱਥੇ ਤੱਕ ਮੇਰਾ ਖਿਆਲ ਹੈ। ਪੰਜਾਬ 'ਚ ਤਾਂ ਕੋਈ ਭਗਤ ਨਹੀਂ ਹੋਇਆ। 15 ਭਗਤਾਂ ਦੱਸੋ ਕਿਹੜਾ ਭਗਤ ਪੰਜਾਬ 'ਚ ਹੋਇਆ? ਭੱਟਾਂ 'ਚੋਂ ਕਿਹੜਾ ਭੱਟ ਪੰਜਾਬ 'ਚ ਹੋਇਆ? ਆ ਚੰਡੀਗੜ੍ਹ ਤੱਕ ਹੀ ਸਾਡੀ ਬੋਲੀ ਬਦਲ ਜਾਂਦੀ ਹੈ। ਇਹ ਤੋਂ ਅੱਗੇ ਤਾਂ ਅੱਗੇ ਹਰਿਆਣਵੀ ਤੇ ਗਾਂ ਅੰਬਾਲਵੀ, ਹਿੰਦੀ ਪੰਜਾਬੀ ਮਿਕਸ। ਅੱਗੇ ਜਾ ਕੇ ਤਾਂ ਫਿਰ ਨਾਮਦੇਵ ਦੇ ਦੇਸ਼ ਤਾਂ ਉੱਥੇ ਮਰਾਠੀ ਚੱਲਦੀ ਸੀ। ਬਨਾਰਸ ਵਿੱਚ ਕਿੱਥੇ ਪੰਜਾਬੀ? ਕਬੀਰ ਜੀ ਦੇ ਸਾਰੇ ਦੋਹਰੇ ਕਰੀਬ ਹਿੰਦੀ ਦੇ ਵਿੱਚ ਨੇ। ਇਹ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਹੋਈ ਹੈ। ਮਹਾਰਾਜ ਨੇ ਉਹਨਾਂ ਨੂੰ ਹੁਕਮ ਕੀਤਾ ਵੀ ਜਿਸ ਤਰ੍ਹਾਂ ਦੇ ਅਸੀਂ ਚਾਹੁੰਦੇ ਹਾਂ ਠੇਠ ਪੰਜਾਬੀ 'ਚ ਗੁਰਬਾਣੀ ਲਿਖਵਾ ਰਹੇ ਹਾਂ, ਇਹਨਾਂ ਸਿੱਧੇ ਸਾਦੇ ਭੋਲੇ ਭਾਲੇ ਲੋਕਾਂ ਨੂੰ ਉਪਦੇਸ਼ ਬਖਸ਼ਣਾ। ਤੁਸੀਂ ਸੰਸਕ੍ਰਿਤ ਆਦਿਕ, ਹਿੰਦੀ ਆਦਿਕ ਛੱਡ ਕੇ ਤੇ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਬਾਣੀ ਉਚਾਰੋ। ਤਾਂ ਸਾਰੇ ਭਗਤਾਂ ਨੇ ਗੁਰੂਆਂ ਦੇ ਮੁਤਾਬਕ ਆਪ ਦੀ ਬਾਣੀ ਉਚਾਰੀ ਹੈ। ਜਿਹੜੀ ਗੁਰਬਾਣੀ, ਜਿਹੜੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ, ਉਹਨੂੰ ਗੁਰਬਾਣੀ ਨਹੀਂ ਮੰਨਿਆ ਜਾਂਦਾ। ਜਿਹੜੀ ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਸਾਧ ਸੰਗਤ ਜੀ ਗੁਰਬਾਣੀ ਮੰਨੀ ਜਾਂਦੀ ਹੈ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮੁਟਾਈ। ਤੇ ਸਾਰੇ ਹੀ ਕਰੀਬ ਕਰੀਬ ਨੀਵੀਂ ਜਾਤ ਵਾਲੇ ਹੋਏ ਹਨ। ਰਾਮਾਨੰਦ ਨੂੰ ਜੇ ਆਪਾਂ ਪੰਡਤ ਬ੍ਰਾਹਮਣ ਮੰਨ ਲਈਏ ਤਾਂ ਫਿਰ ਅੱਜ ਕੱਲ੍ਹ ਦੀ ਬੋਲੀ 'ਚ ਆਪਾਂ ਕੀ ਆਖਾਂਗੇ? ਇਹ ਤਾਂ RSS ਵਾਲੇ ਨੇ ਜੀ। ਪਰ ਸਤਿਗੁਰੂ ਜੀ ਨੇ ਜੋਤ ਨੂੰ ਪਹਿਚਾਣਿਆ ਹੈ। ਕਹਿੰਦੇ ਕੋਈ ਵੀ ਕਿਸੇ ਵੀ ਜਾਤ ਦਾ ਹੈ, ਜੇ ਉਹ ਧਰਮੀ ਹੈ, ਨਾਮ ਅਭਿਆਸੀ ਹੈ, ਤੇ ਉਹ ਸਾਡਾ ਭਰਾ ਹੈ।
ਇਸ ਵਾਸਤੇ ਬਰਾਬਰ ਦੇ ਮਹਾਰਾਜ ਨੇ ਆਪਣੇ ਪਾਸ ਉਹਨਾਂ ਨੂੰ ਬਿਠਾਇਆ। ਪੰਜਾਂ ਪਿਆਰਿਆਂ ਦੇ ਵਿੱਚ ਵੀ ਵੇਖੋ ਜਿੰਨੇ ਪਿਆਰੇ ਸੀਗੇ, ਕੋਈ ਲਾਹੌਰ ਤੋਂ, ਕੋਈ ਦਿੱਲੀ ਤੋਂ, ਕੋਈ ਜਗਨਨਾਥਪੁਰੀ ਤੋਂ। ਪੰਜਾਬ ਦੇ ਵਿੱਚੋਂ ਕਿਹੜਾ ਸੀਗਾ? ਵੈਸੇ ਲਾਹੌਰ ਵੀ ਤਾਂ ਪੰਜਾਬ 'ਚ ਹੀ ਸੀ। ਵੈਸੇ ਇਉਂ ਵੱਖਰੀਆਂ ਵੱਖਰੀਆਂ ਜਾਤਾਂ ਵਿੱਚੋਂ ਸਨ। ਕਲਗੀਧਰ ਜੀ ਨੇ ਇੱਕੋ ਬਾਟੇ 'ਚ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਜੇ ਪਾਵੈ ਦਰਗਹਿ ਮਾਣ। ਸੋ ਗੱਲ ਤਾਂ ਨਾਮ ਦੀ ਹੈ, ਸਿੱਖੀ ਦੀ ਹੈ। ਨਾਨਕ ਪਣੀਆ ਪਹਿਰੈ ਸੋਏ। ਜਿਹੜਾ ਸਨਾਤ ਨੀਚ ਜਾਤ ਵਿੱਚ ਵੀ ਭਾਵੇਂ ਪਰਮੇਸ਼ਰ ਦਾ ਸੇਵਕ ਹੋਵੇ, ਮਹਾਰਾਜ ਕਹਿੰਦੇ ਉਹ ਸਾਡੇ ਤਨ ਦੀਆਂ ਜੁੱਤੀਆਂ ਬਣਾ ਕੇ ਆਪਣੇ ਪੈਰਾਂ ਦੇ ਵਿੱਚ ਪਹਿਨ ਲੈਣਾ ਕਰੇ। ਇੰਨਾ ਸਤਿਗੁਰੂ ਜੀ ਪਿਆਰ ਕਰ ਰਹੇ ਹਨ। ਮਲਾਰ ਮਹਲਾ ਪਹਿਲਾ। ਜਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤੇ ਬੇਪਰਵਾਹ ਅਤੇ ਵੈਰਾਗ ਅਵਸਥਾ ਵਿੱਚ ਸਥਿਤ ਹੋ ਕੇ ਆਪਣੇ ਘਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਬਿਰਾਜਣ ਲੱਗ ਪਏ ਸਨ। ਕਿਸੇ ਨਾਲ ਵੀ ਬੋਲਦੇ ਨਹੀਂ ਸਨ ਤੇ ਨਾ ਹੀ ਰੁਚੀ ਨਾਲ ਛਕਦੇ, ਛਕਾਉਂਦੇ, ਨਾ ਪੀਂਦੇ ਖਾਂਦੇ। ਇਸ ਤਰ੍ਹਾਂ ਦੀ ਹਾਲਤ ਵੇਖ ਕੇ ਮਾਤਾ ਤ੍ਰਿਪਤਾ ਜੀ ਨੂੰ ਚਿੰਤਾ ਹੋ ਗਈ ਕਿ ਇਸ ਨੂੰ ਕੋਈ ਰੋਗ ਹੋ ਗਿਆ ਹੈ, ਇਹ ਬੱਚਾ ਸਾਡਾ ਬਿਮਾਰ ਹੋ ਗਿਆ। ਜਦ ਮਾਤਾ ਜੀ ਕਾਫੀ ਚਿੰਤਾ 'ਚ ਰਹਿਣ ਲੱਗੇ ਤਾਂ ਇੱਕ ਦਿਨ ਵੇਦੀ ਵੰਸ਼ ਦੇ ਕੁਝ ਗੋਤੀ ਪੁਰਖਾਂ ਨੇ ਮਾਤਾ ਤ੍ਰਿਪਤਾ ਜੀ ਤੇ ਬਾਬੇ ਕਲਿਆਣ ਚੰਦ ਜੀ ਨੂੰ ਆ ਕੇ ਕਿਹਾ ਕਿ ਤੁਹਾਡਾ ਇਕੱਲਾ ਇਕੱਲਾ ਸੁਪੁੱਤਰ ਹੈ, ਤੁਸੀਂ ਇਸ ਦਾ ਇਲਾਜ ਚੰਗੀ ਤਰ੍ਹਾਂ ਕਰਵਾਓ। ਬਾਬਾ ਜੀ ਤੁਸੀਂ ਲਾਲਚ ਕਰਕੇ ਨੌਕਰੀ ਛੱਡਦੇ ਨਹੀਂ ਹੋ, ਪੈਸੇ ਨੂੰ ਕਮਾ ਕੇ ਕੀ ਲੈਣਾ, ਆਪਦੇ ਬੱਚੇ ਦਾ ਤਾਂ ਖਿਆਲ ਕਰੋ। ਆਪਣੇ ਗੋਤੀ ਪੁਰਖਾਂ ਦੇ ਕਹਿਣ ਤੇ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਛੋਟੇ ਭਰਾ ਬਾਬਾ ਲਾਲ ਚੰਦ ਜੀ ਨੂੰ ਸਤਿਗੁਰਾਂ ਦਾ ਇਲਾਜ ਕਰਾਉਣ ਲਈ ਹਰਦਾਸ ਵੈਦ ਨੂੰ ਲਿਆਉਣ ਲਈ ਭੇਜਿਆ। ਜਦ ਹਰਦਾਸ ਵੈਦ ਸਤਿਗੁਰਾਂ ਦੇ ਕੋਲ ਆਇਆ ਤੇ ਸਤਿਗੁਰਾਂ ਦੀ ਨਬਜ਼ ਵੇਖ ਕੇ ਪੁੱਛਿਆ ਕਿ ਤੁਹਾਨੂੰ ਕੀ ਤਕਲੀਫ ਹੈ। ਇਹ ਸੁਣ ਕੇ ਸਤਿਗੁਰੂ ਸਾਹਿਬ ਹਰਦਾਸ ਵੈਦ ਨੂੰ ਕਹਿਣ ਲੱਗੇ ਕਿ ਤੂੰ ਸਾਡੇ ਸਰੀਰ 'ਚੋਂ ਕੀ ਲੱਭ ਰਿਹਾ। ਵੈਦ ਕਹਿਣ ਲੱਗਾ ਕਿ ਮੈਂ ਤੁਹਾਡੇ ਸਰੀਰ 'ਚ ਵੇਖ ਰਿਹਾ ਕਿ ਵਾਏ, ਪਿੱਤ, ਕਫ ਦੇ ਵਿੱਚੋਂ ਜਿਸ ਚੀਜ਼ ਦਾ ਵਿਗਾੜ ਹੋਵੇਗਾ ਉਹਦੀ ਨਿਵਰਤੀ ਵਾਸਤੇ ਮੈਂ ਇਲਾਜ ਕਰਾਂਗਾ। ਕਿਉਂਕਿ ਜਿਹੜੇ ਪੁਰਾਣੇ ਦੇਸੀ ਹਕੀਮ ਹੁੰਦੇ ਸਨ, ਸਾਡੇ ਪਿੰਡ ਵੀ ਇੱਕ ਹੁੰਦਾ ਸੀ, ਉਹ ਚੜ੍ਹਾਈ ਕਰ ਗਿਆ। ਨਬਜ਼ ਵੇਖ ਕੇ ਹੀ ਉਹਨੇ ਪਹਿਚਾਣ ਲੈਣਾ ਵੀ ਕੀ ਨੁਕਸ ਹੈ। ਇੱਕ ਇੱਥੇ 18 ਸੈਕਟਰ ਵੀ ਬੂਥਾਂ ਦੇ ਵਿੱਚ ਬੜੇ ਸਿਆਣੇ ਨੇ, ਉਹ ਵੀ ਨਬਜ਼ ਵੇਖ ਕੇ ਦੱਸ ਦਿੰਦੇ। ਅੱਖਾਂ ਵੇਖ ਕੇ ਤਾਂ ਮੈਨੂੰ ਵੀ ਪਤਾ ਲੱਗ ਜਾਂਦਾ, ਕਈ ਮੱਥਾ ਵੇਖ ਕੇ ਦੱਸ ਦਿੰਦੇ ਨੇ। ਇਉਂ ਸਤਿਗੁਰੂ ਸਾਹਿਬ ਜੀ ਨੂੰ ਉਹ ਜਿਹੜਾ ਵੈਦ ਸੀ ਇਸ ਤਰ੍ਹਾਂ ਕਹਿਣ ਲੱਗਾ ਵੀ ਮੈਂ ਨਬਜ਼ ਤੁਹਾਡੀ ਤਾਂ ਵੇਖ ਰਿਹਾ, ਤੁਹਾਡੇ 'ਚ ਬਿਮਾਰੀ ਲੱਭ ਰਿਹਾ। ਮਹਾਰਾਜ ਕਹਿਣ ਲੱਗੇ, ਹੇ ਵੈਦ ਤੂੰ ਤਾਂ ਖੁਦ ਆਪ ਦੁਖੀ ਤੇ ਰੋਗੀ ਆ, ਇਸ ਲਈ ਤੂੰ ਸਾਡਾ ਇਲਾਜ ਕੀ ਕਰੇਂਗਾ। ਵੈਦ ਕਹਿਣ ਲੱਗਾ ਕਿ ਮੈਨੂੰ ਕੀ ਦੁੱਖ ਤੇ ਰੋਗ ਹੈ ਜੀ, ਦੱਸੋ ਤਾਂ ਸਹੀ ਭਲਾ। ਉਹਨੂੰ ਪਤਾ ਲੱਗ ਗਿਆ ਵੀ ਇਹ ਕੋਈ ਮਹਾਂਪੁਰਖ ਨੇ, ਜਿਹੜਾ ਨਾ ਬਚਨ ਕੀਤਾ ਬੜੇ ਕੰਮ ਦਾ ਕੀਤਾ ਹੈ। ਇਹ ਸੁਣ ਕੇ ਸਤਿਗੁਰਾਂ ਨੇ ਵੈਦ ਨੂੰ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕੀਤਾ। ਉਹ ਸ਼ਰਧਾ 'ਚ ਆ ਗਿਆ ਸੀਗਾ, ਉਪਦੇਸ਼ ਦਾ ਯਾਚਕ ਹੋਇਆ। ਤਾਂ ਸਤਿਗੁਰੂ ਜੀ ਨੇ ਅਧਿਕਾਰੀ ਜਾਣ ਕੇ ਮਲਾਰ ਰਾਗ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੰਜ ਉਪਦੇਸ਼ ਬਖਸ਼ਿਆ। ਦੁੱਖ ਵਿਛੋੜਾ ਇੱਕ ਦੁੱਖ ਭੂਖ। ਇਹ ਹਰਦਾਸ ਵੈਦ ਜੀਵਾਂ ਨੂੰ ਪਰਮੇਸ਼ਰ ਨਾਲੋਂ ਵਿਛੜਨ ਦਾ ਸਭ ਤੋਂ ਭਾਰੀ ਦੁੱਖ ਲੱਗਿਆ ਹੋਇਆ ਹੈ। ਇੱਕ ਜੀਵਾਂ ਨੂੰ ਭੁੱਖ ਦਾ ਦੁੱਖ ਲੱਗਿਆ ਹੋਇਆ ਹੈ, ਇੱਕ ਪ੍ਰਤੱਖ ਭੁੱਖ ਦਾ, ਦੂਜਾ ਆਸਾ ਰੂਪੀ ਭੁੱਖ ਦਾ ਦੁੱਖ ਲੱਗਿਆ ਹੋਇਆ। ਕਹਿੰਦੇ ਬੁੱਲਿਆ ਮੌਤੋਂ ਭੁੱਖ ਬੁਰੀ, ਭੁੱਖ ਦਾ ਦੁੱਖ ਬੜਾ ਵੱਡਾ ਮੰਨਿਆ ਹੈ। ਸਿੰਘ ਵੇਖੋ 8-9 ਮਹੀਨੇ ਕਿਲੇ ਦੇ ਵਿੱਚ ਭੁੱਖੇ ਰਹੇ ਸੀ ਅਨੰਦਪੁਰ ਸਾਹਿਬ। ਆਖਰ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰ ਹੀ ਦਿੱਤੀ ਸੀ ਕਿ ਮਹਾਰਾਜ ਕਿਲਾ ਛੱਡੋ। ਸਤਿਗੁਰੂ ਜੀ ਕਹਿੰਦੇ ਮਾਰੇ ਜਾਓਗੇ। ਉਹ ਵੀਰ ਮੇਰੀ ਉਹ ਇੱਥੇ ਰਹਿ ਪਓ। ਕਹਿੰਦੇ ਜੀ ਨਹੀਂ, ਮਰਨਾ ਚੰਗਾ, ਭੁੱਖੇ ਮਰਨ ਨਾਲੋਂ ਲੜ ਕੇ ਮਰ ਜਾਵਾਂਗੇ, 2 ਮਾਰ ਕੇ ਮਰਾਂਗੇ, ਪਰ ਆਪਾਂ ਨਹੀਂ ਇੱਥੇ ਰਹਿਣਾ। ਮਹਾਰਾਜ ਕਹਿੰਦੇ ਮੇਰੇ ਵੀਰ ਬਣੋ ਤੇ ਮਹੀਨਾ ਕੁ ਰਹਿ ਪਓ। ਕਹਿੰਦੇ ਜੀ ਤੁਸੀਂ ਮਹੀਨੇ ਦੀ ਗੱਲ ਕਰਦੇ ਹੋ, ਅਸੀਂ ਤਾਂ ਘੜੀ ਨਹੀਂ ਰਹਿ ਸਕਦੇ।
ਮਹਾਰਾਜ ਕਹਿੰਦੇ 15 ਦਿਨ। ਕਹਿੰਦੇ ਨਹੀਂ। ਗੁਰੂ ਜੀ ਕਹਿੰਦੇ 7 ਦਿਨ। ਕਹਿੰਦੇ ਜੀ ਨਹੀਂ, ਮਾਫ ਕਰੋ। ਮਾਤਾ ਗੁਜਰੀ ਜੀ ਨੂੰ ਵੀ ਆਪ ਦਾ ਸਿਫਾਰਸ਼ੀ ਲਿਆਂਦਾ। ਫਿਰ ਮਹਾਰਾਜ ਕਹਿੰਦੇ ਚਲੋ ਭਾਈ, ਜਿਤਨਾ ਤੁਹਾਡੀ ਖੁਸ਼ੀ। ਮਾਤਾ ਜੀ ਵੀ ਕਹਿਣ ਲੱਗੇ। ਮਹਾਰਾਜ ਕਹਿੰਦੇ ਜੋ ਹੋਣੀ ਨੇ ਲਿਖਿਆ ਉਹ ਵਾਪਰ ਕੇ ਰਹਿਣਾ ਹੈ, ਇਸ ਲਈ ਆਪਾਂ ਰੋਕਣਾ ਕਿਉਂ ਹੈ, ਤੇ ਜਾਓ ਮੌਜਾਂ ਮਾਣੋ। ਜਦੋਂ ਸਾਰੇ ਨਿਕਲ ਗਏ ਫਿਰ ਮਹਾਰਾਜ ਕਹਿੰਦੇ ਵੀ ਹੁਣ ਜੀ ਤਾਂ ਸਾਡਾ ਵੀ ਨਹੀਂ ਲੱਗਣਾ, ਆਪਾਂ ਵੀ ਚੱਲਦੇ ਹਾਂ, ਚਲੋ ਜੋ ਹੋ ਵੇਖੀ ਜਾਊ, ਸਭ ਦੁਨੀਆ ਦੇ ਨਾਲ ਹੀ ਆ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਭਾਣਾ ਮੰਨਿਆ। ਭਾਣੇ ਦੇ ਮਾਲਕ ਸਤਿਗੁਰੂ ਜੀ ਭਾਣੇ 'ਚ ਪ੍ਰਸੰਨ ਰਹੇ। ਸਭ ਕੁਝ ਪਤਾ ਵੀ ਸੀ, ਦੱਸ ਵੀ ਦਿੱਤਾ, ਦਿਖਾ ਵੀ ਦਿੱਤਾ। ਆਖਿਆ ਚਲੋ ਕੋਈ ਗੱਲ ਨਹੀਂ, ਜੇ ਰੱਬ ਨੇ ਕਰਮਾਂ 'ਚ ਕੋਟੀ ਲਿਖੀ ਆ ਤੇ ਫਿਰ ਕਾਹੂ ਕੁੱਟ। ਅੱਜ ਤੱਕ ਕੋਟੀ ਪੈਂਦੀ ਰਹੀ ਸਾਨੂੰ। ਆ ਢੀਂਡਸਾ ਸਾਹਿਬ ਰੋਜ਼ ਲਾਈਵ ਕਰਦੇ ਨੇ, ਇਹ ਹੁਣੇ ਮੈਨੂੰ ਯਾਦ ਕਰਾ ਰਹੇ ਸੀ। ਕਹਿੰਦੇ ਵੀ ਪਰਸੋਂ ਘੱਲੂਘਾਰਾ ਲੰਘ ਕੇ ਗਿਆ, ਵੱਡਾ ਘੱਲੂਘਾਰਾ, ਜਿਹਦੇ ਵਿੱਚ 40-50 ਹਜ਼ਾਰ ਸਿੱਖਾਂ ਦਾ ਘਾਣ ਕੀਤਾ ਗਿਆ। ਮੁਸਲਮਾਨ ਸੀਗੇ ਉਦੋਂ ਕਾਬਜੇ ਦੇਸ਼ ਦੇ ਵਿੱਚ। ਛੋਟੇ ਘੱਲੂਘਾਰੇ ਦੇ ਵਿੱਚ ਵੀ 20,000 ਦੇ ਕਰੀਬ ਸਿੱਖਾਂ ਦਾ ਖਾਤਮਾ ਹੋਇਆ, ਤੇ ਵੱਡੇ ਘੱਲੂਘਾਰੇ ਕੁਪਰਹੀੜੇ ਦੇ ਮੈਦਾਨ ਦੇ ਵਿੱਚ ਵੀ 40,000 ਦੇ ਕਰੀਬ ਸਿੰਘਾਂ ਦਾ ਘਾਣ ਕੀਤਾ ਗਿਆ। ਸਾਧ ਸੰਗਤ ਜੀ, ਅੱਜ ਤੱਕ ਕੋਟੀ ਪੈਂਦੀ ਰਹੀ, ਕੋਟੀ ਪੈਂਦੀ ਰਹੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਹੁਣ ਤੇ ਅੱਡੀਆਂ ਚੁੱਕ ਚੁੱਕ ਵੇਖੀਦਾ ਵੀ ਇੱਕ ਹਫ਼ਤਾ ਗੁਰੂ ਜੀ ਨੇ ਆਖਿਆ ਸੀਗਾ, ਹੁਣ ਦੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ। ਜੇ ਹਫ਼ਤਾ ਦੁੱਖ ਝੱਲ ਲੈਂਦੇ, ਜਿੱਥੇ 8 ਮਹੀਨੇ ਭੁੱਖੇ ਰਹੇ ਸੀ। ਮਹਾਰਾਜ ਦਾ ਬਚਨ ਮੰਨ ਕੇ ਮਾਤਾ ਜੀ ਤੇ ਗੁਰੂ ਮਹਾਰਾਜ ਦੇ ਪਿਆਰ ਵਾਲੇ ਸਿੰਘ, ਕੋਈ ਕਿਸੇ ਨੂੰ ਪਿਆਰ ਦੇ ਨਾਲ ਹੀ ਕਹਿੰਦਾ ਹੈ। ਜੇ ਸਤਿਗੁਰੂ ਜੀ ਦੀ ਬੋਲੀ ਸਮਝ ਉਹਨਾਂ ਦੀ ਆ ਜਾਂਦੀ, ਇੱਕ ਹਫ਼ਤਾ ਵੀ ਜੇਕਰ ਸਾਧ ਸੰਗਤ ਜੀ ਬਚਨ ਮੰਨ ਕੇ ਕੱਟ ਲੈਂਦੇ ਤੇ ਖਬਰਿਆ ਆਹ ਕੁੱਟ ਨਾ ਹੀ ਪੈਂਦੀ। ਉਹਨਾਂ ਦਾ ਸੁਪਨਾ ਹੀ ਹੋ ਗਿਆ। ਖਾਲਸਾ ਰਾਜ ਗੁਰੂ ਮਹਾਰਾਜ ਨੇ ਵੇਖੋ ਔਰੰਗਜ਼ੇਬ ਨੂੰ ਮਾਰ ਘੱਤਿਆ, ਜਫਰਨਾਮਾ ਪੜ੍ਹਾ ਕੇ, ਤੇ ਫਿਰ ਵੀ ਮਹਾਰਾਜ ਨੇ ਕਿਸੇ ਸਿੰਘ ਨੂੰ ਰਾਜ ਨਹੀਂ ਦਿੱਤਾ, ਉਹਦੇ ਮੁੰਡੇ ਬਹਾਦਰ ਸ਼ਾਹ ਨੂੰ ਰਾਜ ਦੇ ਦਿੱਤਾ। ਨਿਹੰਗੀ ਹੋਏ ਨਾ ਫਿਰ ਗੁਰੂ ਮਹਾਰਾਜ, ਉਹਨਾਂ ਤੋਂ ਤਗੜੇ ਨਿਹੰਗ ਜਿਨ੍ਹਾਂ ਨੂੰ ਦੁਨੀਆ ਕਮਲਾ ਕਹਿੰਦੀ, ਜਥੇਦਾਰ ਬਾਬਾ ਬਘੇਲ ਸਿੰਘ ਜੀ, ਚੰਗਾ ਭਲਾ ਰਾਜ ਦਿੱਲੀ ਦਾ ਲਿਆ। ਉਹ ਡਰ ਗਏ ਸੀਗੇ, ਭੱਜਣ ਨੂੰ ਤਿਆਰ ਹੋ ਗਏ, ਬਿਨਾਂ ਹੀ ਸ਼ਸਤਰਾਂ ਦਿੱਲੀ ਜਿੱਤ ਲਈ। ਤੇ ਉਹ ਜਿਹੜੀ ਬੇਗਮ ਸੀਗੀ, ਉਹ ਪਤਾ ਨਹੀਂ ਨਸੀਰੂ ਕੀ ਬੇਗਮ ਉਹਨੂੰ ਕਹਿੰਦੇ, ਉਹਨੇ ਭੈਣ ਬਣਾ ਕੇ ਹੀ ਸਿੰਘਾਂ ਨੂੰ ਲੁੱਟ ਲਿਆ, ਆਪਣਾ ਭਰਾ ਬਣਾ ਕੇ। ਸਿੰਘਾਂ ਨੇ ਭੈਣ ਹੀ ਬਣਾ ਲਿਆ ਉਹਨੂੰ। ਉਹਨੇ ਆਖਿਆ ਵੀਰ ਜੀ ਵੀ ਆਪਾਂ ਲੋੜਵੰਦ ਬੰਦੇ ਆ, ਤੁਹਾਨੂੰ ਕੀ ਘਾਟਾ, ਤੇ ਤੁਸੀਂ ਸਾਨੂੰ ਰਾਜ ਰਹਿਣ ਦਿਓ, ਜੋ ਚਾਹੀਦਾ ਲੈ ਲਓ। ਛਿਆਨੀ ਟੈਕਸ ਖਾਲਸੇ ਨੂੰ ਉੱਥੇ ਦੇਣਾ ਉਹਨਾਂ ਮਨਜ਼ੂਰ ਕੀਤਾ, ਮਤਲਬ ਰੁਪਈਏ ਵਿੱਚੋਂ 6 ਆਨੇ ਟੈਕਸ ਖਾਲਸੇ ਨੂੰ ਆਉਂਦਾ ਸੀਗਾ। ਫਿਰ ਸਿੰਘਾਂ ਆਖਿਆ ਵੀ ਐਗਰੀਮੈਂਟ ਕਰੋ, ਸਾਡੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਦਿਓ। 7 ਗੁਰਦੁਆਰੇ ਸਾਹਿਬ ਬਣਾਏ ਬਘੇਲ ਸਿੰਘ ਬਾਬੇ ਨੇ। ਚੰਗਾ ਭਲਾ ਰਾਜ ਭਾਗ ਮਿਲਿਆ ਲਾਲ ਕਿਲੇ ਤੇ ਕਲਗੀ ਲੈ ਕੇ ਬੈਠ ਵੀ ਗਏ ਉੱਥੇ। ਬੜੀ ਸ਼ਾਨੋ ਸ਼ੌਕਤ ਨਾਲ ਉੱਥੇ ਉਹਨਾਂ ਦਾ ਸਮਾਗਮ ਹੋਇਆ, ਰਾਜੇ ਨਾਲ ਗੱਲਬਾਤ ਹੋਈ। ਤੇ ਜਦੋਂ ਵੇਖਿਆ ਵੀ ਸਿੰਘ ਔਖੇ ਹੁੰਦੇ ਨੇ ਨਾਲ ਦੇ, ਹੁਣ ਕਲਗੀ ਤਾਂ ਇੱਕੋ ਦੇ ਸਿਰ ਤੇ ਲੱਗਣੀ ਸੀਗੀ, ਦੂਜੇ ਤੰਗ ਹੋ ਰਹੇ ਨੇ ਵੀ ਇਹ ਬਘੇਲ ਸਿੰਘ ਜਥੇਦਾਰ ਕਿਉਂ ਬਣ ਗਿਆ। ਕਹਿੰਦੇ ਖਾਲਸਾ ਜੀ ਆਪਾਂ ਫੁੱਟ ਭੜਾ ਕਿਉਂ ਪਾਉਣੀ ਆ, ਈਰਖਾ ਕਿਉਂ ਪੈਦਾ ਕਰਨੀ, ਚਲੋ ਚੱਲ ਗਏ ਅੰਮ੍ਰਿਤਸਰ ਦੀਵਾਲੀ ਮਨਾਉਣੇ ਆ। ਰਾਜ ਭਗਤਾਂ ਇੰਝ ਹੀ ਨੇ, ਆਉਂਦੇ ਜਾਂਦੇ ਰਹਿੰਦੇ ਨੇ। ਵੇਖੋ ਚੰਗਾ ਭਲਾ ਰਾਜ ਮਿਲਿਆ, ਖੁੱਸ ਗਿਆ। ਤੋ ਇੰਝ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬਾਬਰ ਨੂੰ ਦਿੱਤਾ, ਜਿਹੜਾ ਇੱਥੇ ਸੁਲਤਾਨਪੁਰ ਲੋਧੀ ਸੀਗਾ, ਜਿਹਦੇ ਮਹਾਰਾਜ ਮੋਦੀ ਰਹੇ। ਸਾਧ ਸੰਗਤ ਜੀਓ, ਇਹਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਉੱਥੇ ਈਮਨਾਬਾਦ ਮਿਲਿਆ। ਕਹਿਣ ਲੱਗਾ ਮਹਾਰਾਜ ਰਾਜਾ ਬੜਾ ਜ਼ਾਲਮ ਹੋ ਗਿਆ, ਉਹਨੇ ਮੇਰੇ ਮੁੰਡੇ ਮਾਰ ਘੱਤੇ ਨੇ, ਜਿਹੜੇ ਤੁਸਾਂ ਨੇ ਕਿਰਪਾ ਕਰਕੇ ਅਸੀਸ ਦਿੱਤੀ ਸੀ, ਦੁਆ ਕੀਤੀ ਸਾਡੀ, ਸਾਡੇ ਘਰ ਕੋਈ ਬੱਚਾ ਨਹੀਂ ਸੀਗਾ, ਤੇ ਆਪਦੀ ਕਿਰਪਾ ਨਾਲ ਇਹ ਤੁਹਾਡੇ ਬੱਚੇ ਹੋਏ ਜੋ ਸਾਡੇ ਘਰ ਆਏ। ਤੇ ਉਹ ਮਹਾਰਾਜ ਦਿੱਲੀ ਦੇ ਰਾਜੇ ਨੇ ਮਾਰ ਦਿੱਤੇ ਨੇ, ਬੜੇ ਹੰਕਾਰੀ ਹੋ ਗਏ।
ਤੇ ਕਿਰਪਾ ਕਰੋ ਇਹਨਾਂ ਦਾ ਰਾਜ ਖਤਮ ਕਰ ਦਿਓ, ਤੁਸੀਂ ਆਪਦੇ ਸਾਹਿਬਜ਼ਾਦਿਆਂ ਨੂੰ ਰਾਜ ਦਿਓ। ਮਹਾਰਾਜ ਕਹਿੰਦੇ ਨਹੀਂ। ਸਤਿਗੁਰੂ ਨੇ ਬਿਲਕੁਲ ਸਾਫ਼ ਅੱਖਰਾਂ 'ਚ ਜਵਾਬ ਦੇ ਦਿੱਤਾ। ਪਹਿਲਾਂ ਉਹਨੇ ਗੁਰੂ ਸਾਹਿਬ ਨੂੰ ਆਖਿਆ ਤੁਸੀਂ ਰਾਜੇ ਬਣੋ। ਮਹਾਰਾਜ ਕਹਿੰਦੇ ਮੈਂ ਰਾਜਾ ਬਣ ਨਹੀਂ ਆਇਆ। ਫਿਰ ਕਹਿੰਦੇ ਸਾਹਿਬਜ਼ਾਦਿਆਂ ਨੂੰ ਦਿਓ, ਕਹਿੰਦੇ ਸਾਹਿਬਜ਼ਾਦਿਆਂ ਨੂੰ ਨਹੀਂ ਦੇਣਾ। ਫਿਰ ਕਹਿੰਦੇ ਕਿਸੇ ਸਿੱਖ ਨੂੰ ਦੇ ਦਿਓ, ਕਹਿੰਦੇ ਨਹੀਂ। ਸਾਡੇ ਗੁਰੂ ਹੀ ਇਸ ਤਰ੍ਹਾਂ ਦੇ ਰਹੇ ਨੇ, ਤਿਆਗੀ ਵਿਰਾਗੀ। ਫਿਰ ਕਹਿੰਦੇ ਜਾ ਤੂੰ ਅਫਗਾਨਿਸਤਾਨ ਜਾ ਤੇ ਬਾਬਰ ਨੂੰ ਚੜਾ ਕੇ ਲਿਆ, ਉਹਨੂੰ ਸਾਡੇ ਨਾਲ ਮਿਲਾ, ਅਸੀਂ ਉਹਨੂੰ ਰਾਜ ਦੇਵਾਂਗੇ। ਫਿਰ ਬਾਬਰ ਨੂੰ ਮਹਾਰਾਜ ਨੇ ਰਾਜ ਦਾ ਵਰ ਦਿੱਤਾ। ਫਿਰ ਵੇਖੋ ਗੁਰੂ ਅੰਗਦ ਦੇਵ ਜੀ ਨੇ ਹਿਮਾਯੂ ਨੂੰ ਰਾਜ ਦਾ ਵਰ ਦਿੱਤਾ। ਜੇ ਹਿਮਾਯੂ ਨੂੰ ਦੇ ਸਕਦੇ, ਆਪਦੇ ਕਿਸੇ ਸਿੱਖ ਨੂੰ ਵੀ ਦੇ ਸਕਦੇ। ਧੰਨ ਗੁਰੂ ਗੋਬਿੰਦ ਸਿੰਘ ਬਹਾਦਰ ਸ਼ਾਹ ਦੀ ਤਾਜਪੋਸ਼ੀ ਕਰ ਸਕਦੇ, ਤੇ ਕਿਸੇ ਪਿਆਰੇ ਦਿਆ ਸਿੰਘ ਵਰਗੇ ਸਿੱਖ ਨੂੰ ਰਾਜਾ ਬਣਾਉਣਾ ਕਿੰਨਾ ਔਖਾ ਸੀਗਾ। ਪਰ ਨਹੀਂ, ਸਤਿਗੁਰੂ ਨੇ ਸਾਡੇ ਕਰਮਾਂ 'ਚ ਪਤਾ ਨਹੀਂ ਕੁੱਟ ਲਿਖ ਦਿੱਤੀ ਵੀ ਆਖੇ ਨਹੀਂ ਲੱਗਦੇ, ਖਾਣ ਕੁੱਟ ਬੜਾ। ਇਹਨਾਂ ਨੂੰ ਲੱਗੇ ਪਤਾ। ਇਹਨਾਂ ਨੂੰ ਕਿਹਾ ਸੀ 1 ਹਫ਼ਤਾ ਰਹਿ ਜਾਓ, ਇਹ ਗੱਲ ਨਹੀਂ ਮੰਨੀ ਇਹਨਾਂ ਨੇ। ਸਤਿਗੁਰੂ ਰਹਿਮਤ ਕਰਨ। ਭੁੱਖ ਦਾ ਬੜਾ ਵੱਡਾ ਦੁੱਖ ਜੇ। ਕਈ ਕਹਿੰਦੇ ਨੇ ਸਿੰਘਾਂ ਨੇ ਬਦਾਵਾ ਲਿਖ ਦਿੱਤਾ। ਵੈਸੇ ਸਿੰਘਾਂ ਨੇ ਲਿਖਿਆ ਤਾਂ ਨਹੀਂ, ਪਰ ਜੇ ਲਿਖ ਵੀ ਦਿੱਤਾ ਤੇ ਜਿੰਨਾ ਚਿਰ ਪੜਾਇਆ ਨਹੀਂ ਉਹਨਾਂ ਚਿਰ ਸੁੱਖ ਦਾ ਸਾਹ ਨਹੀਂ ਲਿਆ। ਅਸੀਂ ਤਾਂ ਨਿਤ ਬਦਾਵਾ ਲਿਖ ਰਹੇ ਹਾਂ, ਜੋ ਕੇਸ ਕਟਾ ਕੇ ਨਾਲੀਆਂ 'ਚ ਸੁੱਟ ਰਹੇ ਹਾਂ, ਅਤੇ ਗੁਰੂ ਜੀ ਤੋਂ ਬੇਮੁਖ ਹੋ ਰਹੇ ਹਾਂ, ਬੇਮੁਖਤਾਈ ਵਾਲੀਆਂ ਬਾਤਾਂ ਮਾਰ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਹੈ ਸਿੱਖਾਂ ਦੇ ਰਾਜ ਵਿੱਚ। ਤੇ ਦੱਸੋ ਇਹ ਕਿੱਡੀ ਕੁ ਸਨਮੁਖਤਾ ਵਾਲੀ ਬਾਤ ਹੈ। ਉਹ ਸਿੱਖ ਤਾਂ ਫਿਰ ਵੀ ਸਾਡੇ ਤੋਂ 1000 ਗੁਣਾ ਚੰਗੇ ਸੀਗੇ। ਆਪਾਂ ਤਾਂ ਫਿਰ ਵੀ ਕਹਿ ਰਹੇ ਹਾਂ ਕਿ ਆਪਾਂ ਚੰਗੇ ਹਾਂ, ਗੱਲ ਮਹਾਰਾਜ ਦੀ ਇੱਕ ਵੀ ਨਹੀਂ ਮੰਨੇ। ਤੋ ਇਸ ਲਈ ਦੁੱਖ ਵਿਛੋੜਾ, ਵਿਛੋੜੇ ਦਾ ਵੀ ਦੁੱਖ ਹੈ, ਸਭ ਤੋਂ ਭਾਰੀ ਵਿਛੜਨ ਦਾ ਦੁੱਖ ਹੈ, ਤੇ ਉਸ ਤੋਂ ਵੱਡਾ ਭੁੱਖ ਦਾ ਦੁੱਖ ਹੈ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਵੇਖੋ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੌਪੜੀ ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾਈ ਕੈ ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੌਪੜੀ ਨਾ ਤਰਸਾਏ ਜੀਓ। ਭੁੱਖੇ ਤੁਰੇ ਫਿਰਦੇ ਰਹਿੰਦੇ, ਤੇ ਜਦ ਢਿੱਡ 'ਚ ਅੱਗ ਲੱਗਦੀ ਤੇ ਕਾਠ ਦੀ ਰੋਟੀ ਨੂੰ ਚੱਕ ਮਾਰ ਲੈਂਦੇ ਸੀਗੇ। ਜੇ ਕੋਈ ਪਿਆਰ ਨਾਲ ਦੇ ਦਿੰਦਾ ਤਾਂ ਛਕ ਲੈਂਦੇ। ਇਸ ਤਰ੍ਹਾਂ ਦਾ ਜੀਵਨ ਰਿਹਾ। 12 ਸਾਲ ਪੱਤੇ ਧਰੂ ਕੇ ਖਾਧੇ ਤੇ 12 ਸਾਲ ਭੁੱਖੇ ਹੀ ਕਾਠ ਦੀ ਰੋਟੀ ਪਾ ਕੇ ਤੁਰੇ ਫਿਰਦੇ ਰਹੇ, ਤੇ ਭਾਣੇ ਦੇ ਵਿੱਚ ਪ੍ਰਸੰਨ ਰਹੇ। ਇਉਂ ਹੀ ਹਰਦਾਸ ਵੈਦ ਜੀਵਾਂ ਨੂੰ ਪਰਮੇਸ਼ਰ ਨਾਲੋਂ ਵਿਛੜਨ ਦਾ ਦੁੱਖ ਲੱਗਾ। ਇੱਕ ਜੀਵਾਂ ਨੂੰ ਭੁੱਖ ਦਾ ਦੁੱਖ ਲੱਗਾ ਹੋਇਆ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਤਾਕਤ ਵਾਲੇ ਜਮਦੂਤਾਂ ਦਾ ਹੈ, ਭਾਵ ਜੋ ਜਮਾਂ ਦਾ ਡਰ ਹੈ, ਇਹ ਵੀ ਇੱਕ ਦੁੱਖ ਹੈ। ਸੋ ਮੈਂ ਤਾਂ ਹਮੇਸ਼ਾ ਹੀ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦਾ ਭਾਈ ਮਰਦਾਨੇ ਬਾਰੇ ਹੀ ਸੋਚਦਾ ਰਹਿੰਦਾ ਹਾਂ ਵੀ ਭਾਈ ਮਰਦਾਨਾ ਜੀ ਧੰਨ ਹਨ, ਧੰਨ ਹਨ, ਧੰਨ ਹਨ। ਕਿੰਨੀਆਂ ਸੋਹਣੀਆਂ ਵੇਖੋ, ਪਤਾ ਨਹੀਂ ਹਜ਼ਾਰਾਂ ਹੀ ਲਾਈਟਾਂ ਸਾਡੇ ਤੇ ਜਾਗ ਰਹੀਆਂ ਨੇ। ਜਦੋਂ ਭਾਈ ਸਾਹਿਬ ਕੀਰਤਨ ਕਰਦੇ ਹੋਣਗੇ, ਆਹ ਸਟੇਜ ਇਸ ਤਰ੍ਹਾਂ ਦੀ ਥੋੜ੍ਹੀ ਹੋਊਗੀ। ਕਿੰਨੀਆਂ ਸੋਹਣੀਆਂ ਵਧੀਆ ਵਧੀਆ ਚਾਦਰਾਂ, ਸੋਹਣੇ ਬੜੇ ਸਪੀਕਰ, ਕਿੰਨੇ ਕੈਮਰੇ ਲੱਗੇ ਹੋਏ ਨੇ, ਤੇ ਕਿੰਨੇ ਸੁੱਖ ਆਰਾਮ ਦੇ ਨਾਲ ਚੌਂਕੜਾ ਮਾਰ ਕੇ ਦੇਸੀ ਘਿਓ ਦਾ 3 ਮਿਲ ਦਾ ਕੜਾਹ ਪ੍ਰਸ਼ਾਦ ਹੁਣੇ ਆਇਆ ਲਓ। ਕਿੰਨੀ ਗੁਰੂ ਸਾਹਿਬ ਦੀ ਕਿਰਪਾ ਹੈ। ਉਹ ਕੱਲ ਪਰਸੋਂ ਮੈਂ ਵੇਖਿਆ ਵੀ ਉਹ ਪਤਾ ਨਹੀਂ 100 ਡੱਬਾ ਉੱਥੇ ਪਿਆ ਸੀਗਾ ਥੱਲੇ ਬਾਬਿਆਂ ਕੋਲ, ਤੇ 2 ਪੀਪੇ ਰਸਗੁੱਲਿਆਂ ਦੇ ਭਰੇ ਪਏ। ਲੰਗਰ ਦਾ ਅੰਤ ਹੀ ਕੋਈ ਨਹੀਂ। ਅੱਜ ਤੱਕ ਮੈਂ ਚਾਹ ਵਰਤਦੀ ਖਾਲੀ ਨਹੀਂ ਵੇਖੀ। ਘਰ 'ਚ ਭਾਵੇਂ ਖਾਲੀ ਆਪਾਂ ਪੀ ਲਈਏ, ਕਈ ਵਾਰੀ ਨਹੀਂ ਕੁਛ ਹੁੰਦਾ। ਪੁਰਾਣਾ ਟਾਈਮ ਸੀਗਾ ਤੇ ਉਹ ਅਸੀਂ ਉਹ ਘਿਓ ਲਾ ਕੇ ਲੂਣ ਨਾਲ ਵੀ ਰੋਟੀ ਖਾਂਦੇ ਰਹੇ, ਚਾਹ ਦੇ ਨਾਲ, ਚਾਰ ਨਾਲ ਵੀ ਖਾਂਦੇ ਰਹੇ। ਇੱਥੇ ਵੇਖੋ ਮਜ਼ਾ ਲੈ, ਕਿਤੇ ਸਬਜ਼ੀ ਭਾਜੀ ਕਿਤੇ ਮੁੱਕ ਜਾਏ ਜਾਂ ਚਾਹ ਤੁਹਾਨੂੰ ਖਾਲੀ ਮਿਲ ਜਾਏ, ਕੁਛ ਨਾ ਕੁਛ ਖਾਣ ਨੂੰ ਮਿਲੂਗਾ। ਤੇ ਪ੍ਰਸ਼ਾਦ ਵੀ ਵੇਖੋ ਅੱਧੀ ਅੱਧੀ ਰਾਤ ਤੱਕ ਵਰਤਦਾ ਰਹਿੰਦਾ। ਮੈਂ ਮਾਲਟਨ ਸੀਗਾ ਹੈੱਡ ਗ੍ਰੰਥੀ, ਸ੍ਰੀ ਗੁਰਸਿੰਘ ਸਭਾ ਮਾਲਟਨ, ਕੈਨੇਡਾ, ਟੋਰਾਂਟੋ ਦੇ ਏਅਰਪੋਰਟ ਦੇ ਨਾਲ ਹੀ ਹੈ। ਜਿੰਨਾ ਕਿ ਇੱਥੋਂ ਏਅਰਪੋਰਟ ਹੈ 8 ਕਿਲੋਮੀਟਰ ਉਹਨਾਂ ਕੀ ਉੱਥੇ। ਤੇ ਲਾਂਗਰੀ ਸਿੰਘ ਨੂੰ ਛੁੱਟੀ ਦੇ ਦਿੱਤੀ, ਕੋਈ ਕਾਰਡ ਕੂਡ ਉਹਨੇ ਲਿਆਉਣਾ ਸੀਗਾ, ਤੇ ਪਿੱਛੋਂ ਮੈਨੂੰ ਸੁਨੇਹਾ ਆਇਆ ਵੀ ਹੁਣ ਤੂੰ ਲੰਗਰ ਬਣਾ। ਮੈਂ ਕਿਹਾ ਜੀ ਕੀ ਹੋਇਆ?
ਕਹਿੰਦੇ ਸੰਗਤ ਕਹਿ ਰਹੀ ਵੀ ਦਹੀਂ ਮੁੱਕ ਗਿਆ, ਸਬਜ਼ੀ ਮੁੱਕ ਗਈ। ਮੈਂ ਕਿਹਾ ਲਓ ਦਹੀਂ ਤਾਂ ਪਿਆ ਹੋਇਆ, ਤੇ ਉਹ ਨਮਕੀਨ ਪਦਾਰਥ ਦੇ ਪੈਕਟ ਪਏ ਨੇ, ਉਹਨੂੰ ਵਿੱਚ ਸੁੱਟਿਆ, ਲੂਣ ਘਮਾਇਆ, ਤੇ ਚਲੋ ਮੇਰੇ ਭਾਈ ਬਣੇ ਬਣਾਤੇ ਡੱਬੇ ਕਾਲੇ ਛੋਲਿਆਂ ਦੇ। ਉਧਰੋਂ ਲਾਂਗਰੀ ਵੀ ਆ ਗਿਆ, ਤੇ ਲੰਗਰ ਦੇ ਵਿੱਚ ਸਾਰਾ ਕੁਝ ਚੀਰਿਆ ਪਿਆ ਸੀ। 5 ਮਿੰਟਾਂ ਸਬਜ਼ੀ ਤਿਆਰ ਹੋ ਗਈ। ਮਤਲਬ ਸੰਗਤ ਨੇ ਇਹ ਜਣਾਇਆ ਵੀ ਦਹੀਂ ਮੁੱਕਿਆ, ਤੇ ਮੁੱਕਿਆ ਕਿਉਂ? ਸ਼ਾਮ ਦੇ 4 ਵਜੇ। ਇੰਨੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਤੇ ਵੇਖੋ 7 ਸਮੁੰਦਰਾਂ ਪਾਰ ਕੈਨੇਡਾ ਦੇ ਵਿੱਚ, ਹਾਂਗਕਾਂਗ ਦੇ ਵਿੱਚ, ਚਾਈਨੀਜ਼ ਲੋਕ ਮੈਂ ਆਪ ਡੇਲੀ ਲੰਗਰ ਛਕਦੇ ਵੇਖੇ। ਔਰ ਉਹਨਾਂ ਨੂੰ ਵੇਖਣਾ, ਉਹ ਸੜਕ ਤੇ ਵਿਚਾਰੇ ਬੈਠੇ ਹੋਣੇ, ਘਰ ਵੀ ਨਹੀਂ ਸੀ ਉਹਨਾਂ ਕੋਲ। ਇੰਗਲੈਂਡ ਦੇ ਵਿੱਚ ਗਿਆ ਤੇ ਗੋਰਿਆਂ ਨੂੰ ਡੇਲੀ ਵੇਖਣਾ 12 ਵਜੇ। ਉਹ ਲੋਕ ਜਿਹੜੇ ਨਸ਼ਿਆਂ ਦੇ ਵਿੱਚ ਪੈ ਕੇ ਸਭ ਕੁਝ ਖਤਮ ਕਰ ਗਏ, ਉਹਨਾਂ ਗੁਰਦੁਆਰੇ ਆ ਕੇ ਲੰਗਰ ਛਕਣਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਹੈ, ਜਿਨ੍ਹਾਂ ਨੇ ਸਾਰੇ ਦੁੱਖ ਗੁਰਦੁਆਰੇ ਮੇਟ ਦਿੱਤੇ ਨੇ। ਪਰ ਹੈ ਇਹ ਬਹੁਤ ਵੱਡਾ ਦੁੱਖ, ਵਿਛੋੜਾ ਵੀ ਨਹੀਂ ਰੱਖਿਆ। ਸਾਧ ਸੰਗਤ ਵੇਖੋ ਘਰੋਂ ਘਰ ਹੈ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੂਆ। ਯਮਦੂਤਾਂ ਦਾ ਵੀ ਕਾਹਦਾ ਡਰ, ਕਾਹਦਾ ਦੁੱਖ, ਜਦ ਬਾਣੀ ਪੜ੍ਹਾ ਦਿੱਤੀ, ਸੰਗਤ ਕਰਾ ਦਿੱਤੀ। ਇਹ ਵੀ ਮਹਾਰਾਜ ਨੇ ਕਿਰਪਾ ਕਰਕੇ ਮੇਟ ਦਿੱਤਾ ਹੈ। ਇੱਕ ਦੁੱਖ ਰੋਗ ਲੱਗੈ ਤਨ ਧਾਇ। ਇੱਥੇ ਦੁੱਖਾਂ ਦੀ ਵਿਆਖਿਆ ਕਰ ਰਹੇ ਨੇ। ਕਹਿੰਦੇ ਭੁੱਖ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਸ਼ਕਤੀ ਵਾਲੇ ਯਮਦੂਤਾਂ ਦਾ ਦੁੱਖ ਹੈ। ਇੱਕ ਇਹ ਵੀ ਦੁੱਖ ਹੈ ਜੋ ਅਗਿਆਨ ਹੰਗਤਾ ਰੂਪ ਰੋਗ ਸਰੀਰ ਨੂੰ ਦੌੜ ਕੇ ਆ ਕੇ ਲੱਗਦਾ ਹੈ। ਵੈਦ ਨਾ ਭੋਲੇ ਦਾਰੂ ਲਾਏ। ਬੱਚਾ ਜੰਮਦਾ ਬਾਅਦ ਵਿੱਚ ਹੈ, ਹਸਪੀਟਲ ਪਹਿਲਾਂ ਦਾਖਲ ਹੋ ਜਾਂਦਾ। ਉਹ ਸਾਡੇ ਪਿੰਡ ਦਾ 2 ਮਹੀਨੇ ਦਾ ਬੱਚਾ, ਕਮਾਂਡ ਹਸਪੀਟਲ ਵਿਚਾਰਾ, ਤੇ ਪਤਾ ਨਹੀਂ 15-15 16-16 20 ਹਜ਼ਾਰ ਦੇ ਟੈਸਟ ਹੋ ਰਹੇ ਨੇ, ਤੇ 100 mg ਦੀਆਂ ਗੋਲੀਆਂ। ਜੰਮਦਾ ਬੱਚਾ। ਮੈਂ ਹੈਰਾਨ ਹਾਂ ਰੱਬ ਤੇ ਵੀ ਉਹਨੇ ਜਨਮ ਬਾਅਦ ਚ ਦਿੱਤਾ, ਦੁੱਖ ਪਹਿਲਾਂ ਭੇਜ ਦਿੱਤੇ। ਪਤਾ ਨਹੀਂ ਕਿਹੋ ਜਿਹੇ ਕਰਮ ਨੇ ਜੀਆਂ ਦੇ, ਕਿਹੋ ਜਿਹਾ ਲੈਣ ਦੇਣ। ਤੋ ਇਸ ਵਾਸਤੇ ਜਿਹੜਾ ਰੋਗ ਆ ਕੇ ਲੱਗਦਾ, ਪਤਾ ਨਹੀਂ ਉਹ ਕਿਸੇ ਦਾ ਪੈਸਾ ਦੇਣਾ ਹੁੰਦਾ, ਰੱਬ ਜਾਣੇ, ਜਾਂ ਕੋਈ ਕਰਮ ਹੀ ਇਸ ਤਰ੍ਹਾਂ ਦੇ ਕੀਤੇ ਹੁੰਦੇ। ਦੌੜ ਕੇ ਆ ਕੇ ਲੋਕ ਲੱਗਦਾ, ਤੇ ਜਾਂਦਾ ਪਤਾ ਨਹੀਂ ਸਾਲਾਂ ਬੱਧੀ, ਡੀਕਦੇ ਰਹੀਦਾ ਕਦੋਂ ਆਰਾਮ ਆਏ। ਕਈ ਵਾਰ ਬੁਖਾਰ ਚੜ ਜਾਏ ਤੇ ਇੰਨਾ ਮਨ ਚ ਵਿਰਾਗ ਹੁੰਦਾ, ਪਤਾ ਨਹੀਂ ਚੜਾਈ ਕਰ ਜਾਣਾ। ਉਹ ਕਈ ਤਾਂ ਅਰਦਾਸਾਂ ਕਰਾਉਂਦੇ, ਮੈਂ ਆਪਦੀ ਅੱਖਾਂ ਨਾਲ ਵੇਖਿਆ। ਰਤਵਾੜਾ ਸਾਹਿਬ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਿਆ, ਬਾਬੇ ਲਖਬੀਰ ਸਿੰਘ ਨਾਲ ਸਾਡਾ ਬੜਾ ਪਿਆਰ ਹੈ ਸ਼ੁਰੂ ਤੋਂ ਹੀ। ਇੱਕ ਮਾਈ ਵਿਚਾਰੀ ਬਾਹਰ ਦੀ ਸੀ, ਕੈਨੇਡਾ ਦੀ, ਤੇ ਰੁਪਈਆ 25,000 ਉਹਨੇ ਗੁੱਟੀਆਂ ਬਾਬਿਆਂ ਦੇ ਚਰਨਾਂ 'ਚ ਰੱਖੀਆਂ। ਉਹ ਬਾਬੇ ਕਹਿਣ ਵੀ ਇਹ ਕਾਹਦੇ? ਕਹਿੰਦੇ ਲੰਗਰ ਦੇ ਪੈਸੇ ਨੇ ਜੀ, ਜਲੇਬੀਆਂ ਦਾ ਲੰਗਰ ਕਰਨਾ ਤੇ ਨਾਲ ਅਖੰਡ ਪਾਠ ਕਰਨਾ। ਕਹਿੰਦੇ ਲਿਖਾਓ ਡੇਟ। ਉਹ ਜਦ ਡੈਰੀ ਕੱਢੀ, ਕਹਿੰਦੇ ਡੇਟ ਕਿਹੜੀ ਹੈ? ਕਹਿੰਦੇ ਡੇਟ ਮੇਰੇ ਮਰਨ ਤੋਂ 10 ਦਿਨ ਬਾਅਦ ਦੀ। ਦੱਸੋ। ਉਹ ਮਹਾਂਪੁਰਖ ਹੱਸ ਪਏ, ਕਹਿੰਦੇ ਬੀਬੀ ਤੈਨੂੰ ਕੀ ਹੋ ਗਿਆ? ਕਹਿੰਦੇ ਮੈਨੂੰ ਧੀਆਂ ਪੁੱਤਾਂ ਤੇ ਨਹੀਂ ਵਿਸ਼ਵਾਸ। ਸਾਰੇ ਆਪੋ ਆਪਣਾ ਸੋਚਦੇ, ਮਰਿਆਂ ਤੋਂ ਬਾਅਦ ਕੀ ਪਤਾ ਇੱਥੇ ਜਲੇਬੀਆਂ ਦਾ ਲੰਗਰ ਕੋਈ ਕਰੇ ਨਾ ਕਰੇ। ਇਹ ਹੁਣੇ ਪੈਸੇ ਫੜੋ ਤੇ ਪੱਕੀ ਡੇਟ ਲਿਖ ਲਓ ਵੀ ਜਦੋਂ ਮੈਂ ਚੜਾਈ ਕੀਤੀ ਸੁਨੇਹਾ ਤੁਹਾਡੇ ਕੋਲ ਪਹੁੰਚ ਜਾਊਗਾ। ਇੱਕ ਦਾ ਸਹਿਜ ਪਾਠ ਤਾਂ ਮੈਂ ਕਰਕੇ ਭੋਗ ਪਾਇਆ। ਉਹ ਪਤਾ ਨਹੀਂ ਚੜਾਈ ਕਰਕੇ ਗੁਰਮੁਖ ਜਾਂ ਜਿਉਂਦੇ ਨੇ, ਚੋਲੇ ਵਾਲੇ ਸੀਗੇ, ਉਹਨਾਂ ਖੁੱਲਾ ਲੰਗਰ ਪਾਣੀ ਛਕਾਇਆ ਲੋਕਾਂ ਨੂੰ। ਕਹਿੰਦੇ ਆਓ ਭਾਈ। ਜੇ ਉਹ ਕਿਸੇ ਨੇ ਪੁੱਛਿਆ ਵੀ ਕਾਹਦਾ ਸਮਾਗਮ ਹੈ, ਕਹਿੰਦੇ ਮੇਰੇ ਮਰੇ ਦੁਸਹਿਰੇ ਦਾ ਸਮਾਗਮ ਹੈ। ਤੋ ਇਸ ਤਰ੍ਹਾਂ ਸਰੀਰਾਂ ਦਾ ਕੋਈ ਭਰੋਸਾ ਨਹੀਂ, ਕਿਹੜੇ ਵੇਲੇ ਜਵਾਬ ਦੇ ਜਾਣ। ਆ ਕੇ ਰੋਗ ਘੇਰ ਲੈਂਦੇ ਨੇ। ਬੁਖਾਰ ਚੜੇ ਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਹੁਣ ਪਤਾ ਨਹੀਂ ਚੜ੍ਹ ਹੀ ਜਾਣਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ, ਵੈਦ ਨਾ ਭੋਲੇ ਦਾਰੂ ਲਾਏ। ਇਹ ਭੋਲੇ ਸੂਦੇ ਸੁਭਾਅ ਵਾਲੇ ਵੈਦ, ਤੂੰ ਬਾਹਜ ਦਾਰੂ ਨਾ ਲਾਉਣਾ ਕਰ। ਡੇਲਾਂ ਵਾਲੇ ਸੰਤ ਸਾਡੇ ਜਥੇ ਦੇ ਸਨ, ਜਿਨ੍ਹਾਂ ਮੈਨੂੰ 10ਵੇਂ ਗ੍ਰੰਥ ਦਾ ਦੂਸਰਾ ਭਾਗ ਪੜ੍ਹਾਇਆ। ਉਹ ਅਜੇ ਵੀ ਖਡੂਰ ਸਾਹਿਬ ਜਿਉਂਦੇ ਜਾਗਦੇ ਨੇ। ਇੱਕ ਵਾਰ ਅੱਖਾਂ 'ਚੋਂ ਗਲੇਡੂ ਸੁੱਟਦੇ ਹੋਏ 1100 ਰੁਪਇਆ ਕਮਰੇ 'ਚ ਲੈ ਕੇ ਆ ਗਏ। ਮੈਂ ਕਿਹਾ ਇਹ ਕਾਹਦਾ ਜੀ? ਕਹਿੰਦੇ ਸਹਿਸਕ੍ਰਿਤੀ ਦੇ ਜੈਸਰੀ ਦੀ ਵਾਰ ਦੀ ਕਥਾ ਦੀ ਭੇਟਾ ਹੈ। ਮੈਂ ਕਿਹਾ ਵੀ ਇਹ ਕਾਹਦੀ? ਕਹਿੰਦੇ ਮੈਂ ਚੜ੍ਹਾਈ ਕਰ ਜਾਣਾ ਤੇ ਮੇਰੇ ਤੋਂ ਬਾਅਦ ਤੂੰ ਕਥਾ ਕਰਦੀ, ਭੇਟਾ ਪਹਿਲਾਂ ਲੈ ਲਾ। ਮੈਂ ਕਿਹਾ ਬਾਬਾ ਜੀ ਤੁਸੀਂ ਉਸਤਾਦ ਹੋ, ਮਹਾਂਪੁਰਖ ਹੋ, ਤੇ ਆਪਾਂ ਕਿਹੜਾ ਪੈਸੇ ਨਾ ਕਰਦੇ ਹਾਂ,
ਤੇ ਇਸ ਵਾਸਤੇ ਤੁਸੀਂ ਆਪਦੀ ਜੇਬ 'ਚ ਰੱਖੋ। ਬਦੋ ਬਦੀ ਉਹਨਾਂ ਨੂੰ ਮਸਾਂ ਸਮਝਾਇਆ, ਉਹ ਅਜੇ ਵੀ ਚੜ੍ਹਦੀ ਕਲਾ 'ਚ ਹਨ। ਤੋ ਇਸ ਵਾਸਤੇ ਹੇ ਭੋਲੇ ਸੂਦੇ ਸੁਭਾਅ ਵਾਲੇ ਵੈਦ, ਤੂੰ ਬਾਹਰੀ ਦਵਾਈਆਂ ਲਾਉਣਾ ਕਰਦਾ, ਕਿਉਂਕਿ ਇਸ ਨੂੰ ਲਗਾਉਣ ਜਾਂ ਪੀਣ ਨਾਲੇ ਦੁੱਖ ਦੂਰ ਨਹੀਂ ਹੋਣੇ। ਹੇ ਸਮਝ ਤੋਂ ਰਹਿਤ ਵੈਦ, ਤੂੰ ਇਹਨਾਂ ਚੌਹਾਂ ਦੀ ਨਿਵਰਤੀ ਵਾਸਤੇ ਦਵਾ ਕਿਉਂ ਨਹੀਂ ਲਾਉਣਾ ਕਰਦਾ? ਭਾਵ ਤੈਨੂੰ ਇਹਨਾਂ ਰੋਗਾਂ ਦੀ ਨਿਵਰਤੀ ਲਈ ਦਵਾ ਲਾਉਣੀ ਚਾਹੀਦੀ ਹੈ। ਜਦ ਵੈਦ ਫਿਰ ਦਾਰੂ ਲਗਾਉਣ ਲੱਗਿਆ ਤਾਂ ਸਤਿਗੁਰਾਂ ਨੇ ਦੁਬਾਰਾ ਫਿਰ ਕਥਨ ਕੀਤਾ, ਦਰਦ ਹੋਵੇ ਦੁਖ ਰਹਿ ਸਰੀਰ। ਇੱਕ ਵਾਰੀ ਫਿਰ ਪੰਕਤੀ ਪੜ੍ਹਦੇ ਨਾ, 2 ਵਾਰੀ ਲਿਖੀ ਮਹਾਰਾਜ ਨੇ। ਵੈਦ ਨਾ ਭੁਲੇ ਦਾਰੂ ਲਾਇ। ਇਹਨੂੰ ਡਬਲ ਰਿਪੀਟ ਕੀਤਾ ਗੁਰੂ ਸਾਹਿਬ ਜੀ ਨੇ, ਹੇ ਭੋਲੇ ਵੈਦ, ਤੂੰ ਬਾਹਜ ਦਾਰੂ ਨਾ ਲਾਉਣਾ ਕਰ। ਭਾਵ ਤੂੰ ਆਪ ਹੀ ਰੋਗੀ ਹੈ, ਸਾਨੂੰ ਭਲਾ ਕੀ ਠੀਕ ਕਰ ਦੇਵੇਂਗਾ? ਜਿੰਨੇ ਡਾਕਟਰ ਨੇ ਮਰੀਜ਼ਾਂ ਨੂੰ ਤਾਂ ਕਹਿੰਦੇ ਸ਼ਰਾਬ ਨਹੀਂ ਪੀਣੀ, ਤੇ ਆਪ ਡੇਲੀ ਪੀਂਦੇ ਨੇ। ਮਰੀਜ਼ਾਂ ਨੂੰ ਤਾਂ ਕਹਿੰਦੇ ਵੀ ਆਹ ਚੀਜ਼ ਨਹੀਂ ਖਾਣੀ, ਉਹ ਆਪ ਡੇਲੀ ਖਾਂਦੇ ਨੇ। ਤੋ ਇਸ ਵਾਸਤੇ ਉਹ ਕਿਹੜੇ ਸੁਧਰੇ ਹੋਏ ਹਨ? ਤੂੰ ਆਪ ਕਿਵੇਂ ਠੀਕ ਕਰ ਦੇਵੇਂਗਾ? ਤੂੰ ਤਾਂ ਆਪ ਰੋਗੀ ਹੈ। ਦਰਦ ਹੋਵੇ ਦੁਖ ਰਹਿ ਸਰੀਰ। ਜਿੰਨਾ ਚਿਰ ਸਰੀਰ 'ਚ ਪਰਮੇਸ਼ਰ ਦੇ ਵਿਛੋੜੇ ਦੀ ਪੀੜਾ ਹੋਵੇ, ਉਹਨਾਂ ਚਿਰ ਸਰੀਰ ਵਿੱਚ ਜੰਮਣ ਤੇ ਮਰਨ ਦਾ ਦੁੱਖ ਬਣਿਆ ਰਹਿੰਦਾ ਹੈ। ਜਾਂ ਜਿਤਨਾ ਚਿਰ ਅਵਿਦਿਆ ਦੀ ਦਰਦ ਹੋਵੇ, ਉਤਨਾ ਚਿਰ ਸੰਸਾਰ ਵਿੱਚ ਸਰੀਰ ਧਾਰਨ ਦਾ ਦੁੱਖ ਬਣਿਆ ਰਹਿੰਦਾ। ਭਾਵ ਜੀਵ ਸੂਖਮ ਸਥੂਲ ਕਾਰਨ ਦੇਹਾਂ 'ਚ ਆਉਂਦਾ ਜਾਂਦਾ ਰਹਿੰਦਾ ਹੈ। ਐਸਾ ਦਾਰੂ ਲੱਗਾ ਨਾ ਵੀਰ। ਹੇ ਮੇਰੇ ਵੀਰ, ਮੇਰੇ ਭਰਾ, ਤੇਰਾ ਅਜਿਹਾ ਬਾਹਜ ਦਾਰੂ ਅੰਤਰੀਵ ਰੋਗਾਂ ਤੇ ਨਹੀਂ ਲੱਗ ਸਕਦਾ। ਹੇ ਵੈਦ ਜੀ, ਤੂੰ ਆਪਣੇ ਆਪ ਨੂੰ ਬਾਹਜ ਰੋਗਾਂ ਦੀ ਨਿਵਰਤੀ ਕਰਨ ਵਾਲਾ ਬਹਾਦਰ ਸੂਰਮਾ ਕਹਾਉਂਦਾ, ਪਰ ਤੇਰੇ ਕੋਲੋਂ ਇਹਨਾਂ ਅੰਤਰੀਵ ਰੋਗਾਂ ਤੇ ਦਾਰੂ ਨਹੀਂ ਲੱਗ ਸਕਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਵੈਦ ਕਹਿਣ ਲੱਗਿਆ ਕਿ ਰੋਗ ਜੀਵ ਦੇ ਅੰਦਰ ਪੈਦਾ ਕਿਵੇਂ ਹੋਏ ਨੇ, ਅਗਿਆਨ ਦਾ, ਅਵਿਦਿਆ ਦਾ। ਤਾਂ ਸਤਿਗੁਰੂ ਜੀ ਉੱਤਰ ਬਖਸ਼ਦੇ ਨੇ, ਖਸਮ ਵਿਸਾਰ ਕੀਏ ਰਸ ਭੋਗ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਰੋਗ ਲੱਗੇ ਨੇ? ਮਹਾਂਪੁਰਖ ਬਾਬੇ ਠਾਕਰ ਸਿੰਘ ਸਾਹਿਬ ਨੇ ਹੁਕਮ ਕੀਤਾ ਸੀ ਵੀ 5 ਪਾਠ ਜਪਜੀ ਸਾਹਿਬ ਦੇ ਡੇਲੀ ਕਰਿਆ ਕਰਨੇ ਨੇ। ਨਹੀਂ ਹੁੰਦੇ ਸਾਥੋਂ। ਲੰਗਰ ਛਕੀ ਜਾਓ, ਪਾਠ ਕਰਨਾ ਕੋਈ ਨਹੀਂ, ਨਾ ਕੋਈ ਸੇਵਾ ਕਰਨੀ ਹੈ। ਹੀਠਾਂ ਉਹ ਕੁਦਰਤੀ ਮੇਰੇ ਮੂੰਹ ਚੋਂ ਨਿਕਲ ਗਿਆ। ਮੈਂ ਕਿਹਾ ਵੀ ਰਾਤ ਡਰਾਈ ਫਰੂਟ ਖਾ ਲਿਆ, ਤੇ ਤਾਂ ਗਲੇ 'ਚ ਖੁਸ਼ਕੀ ਆਈ। ਇੱਕ ਗੁਰਮੁਖ ਪਿਆਰੇ, ਬੜੇ ਹੀ ਪਿਆਰ ਵਾਲੇ, ਉਹਨਾਂ ਹਾਸੇ 'ਚ ਵਚਨ ਕੀਤਾ, ਕਹਿੰਦੇ ਵੰਡ ਕੇ ਖਾਣਾ ਸੀਗਾ। ਮੈਂ ਚੁੱਪ ਹੀ ਕਰ ਗਿਆ। ਮੈਂ ਕਿਹਾ ਸੱਚਮੁੱਚ ਇਹ ਤਾਂ ਗੁਰੂ ਦੀ ਬੋਲੀ ਹੈ। ਮਤਲਬ ਇਹ ਸਿੰਘ ਨਹੀਂ ਬੋਲਿਆ, ਭਾਈ ਜਗੀਰ ਸਿੰਘ ਇਸੇ ਨਗਰ ਦਾ ਹੀ ਹੈ। ਇਹ ਗੁਰੂ ਨੇ ਹੀ ਬੋਲਿਆ ਵੀ ਵੰਡ ਕੇ ਖਾਓ ਤਾਂ ਰੋਗ ਨਹੀਂ ਲੱਗਦਾ। ਤੋ ਆਪਾਂ ਇਕੱਲੇ ਬੈਠ ਕੇ ਲਾਲਚ ਨਾਲ ਖਾਂਦੇ ਆ, ਤੇ ਫਿਰ ਖਾ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਨਾ ਭਾਂਡੇ ਮਾਂਜਦੇ। ਭਾਂਡੇ ਵੀ ਲੋਕ ਹੱਥਾਂ 'ਚ ਫੜ ਕੇ ਲੈ ਜਾਂਦੇ, ਉਹ ਸਾਰਾ ਕੁਝ ਹੀ ਲੈ ਜਾਂਦੇ। ਤੋ ਇਸ ਵਾਸਤੇ ਕਿਉਂ ਰੋਗ ਲੱਗਦੇ ਨੇ? ਮਾਲਕ ਨੂੰ ਭੁਲਾਇਆ ਹੋਇਆ ਹੈ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਜੋ ਜੀਵਾਂ ਨੇ ਪਰਮੇਸ਼ਰ ਨੂੰ ਭੁਲਾ ਕੇ ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿਕ ਉਲਟਾ ਵਿਸ਼ੇ ਰਸਾਂ ਨੂੰ ਭੋਗਣਾ ਕੀਤਾ, ਤਾਂ ਮਹਾਰਾਜ ਕਥਨ ਕਰਦੇ, ਖਸਮ ਵਿਸਾਰ ਕੀਏ ਰਸ ਭੋਗ। ਰਸ ਲਏ ਨੇ ਵਿਸ਼ਿਆਂ ਦੇ ਤੇ ਪਦਾਰਥਾਂ ਨੂੰ ਭੋਗਿਆ ਹੈ, ਤੇ ਖਸਮ ਮਾਲਕ ਨੂੰ ਭੁਲਾ ਦਿੱਤਾ ਹੈ। ਇਹਨਾਂ ਵਿਸ਼ੇ ਰਸਾਂ ਕਰਕੇ ਸਰੀਰ ਦੇ ਵਿੱਚ ਤਨ ਉੱਠ ਖਲੋਏ ਰੋਗ। ਇਹ ਰੋਗ ਸਰੀਰ ਦੇ ਵਿੱਚ ਉੱਠ ਖਲੋਤੇ ਨੇ। ਇਹ ਬਿਲਕੁਲ ਮਖੌਲ ਵਾਲੀ ਜਾਂ ਕਮੈਂਟ ਵਾਲੀ, ਤਵੇ ਵਾਲੀ ਗੱਲ ਨਾ ਸਮਝੋ ਵੀ ਮੈਂ ਤਵਾ ਲਾ ਰਿਹਾ। ਇਹ ਰੀਅਲ ਸਟੋਰੀ ਜੇ। ਮੈਂ ਹਰਿਮੰਦਰ ਸਾਹਿਬ ਗਿਆ 2-4 ਦਿਨ ਪਹਿਲਾਂ, ਤੇ ਪਤਾ ਨਹੀਂ ਜੋੜੇ ਘਰ ਦੇ ਵਿੱਚ ਜਾਂ ਗਠੜੀ ਘਰ 'ਚ 2 ਗੁਰਮੁਖ ਆਪਸ 'ਚ ਗੱਲਾਂ ਕਰ ਰਹੇ ਸੀਗੇ। ਹਾਂ, ਮਾਤਾ ਗੰਗਾ ਜੀ ਨਿਵਾਸ, ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਹਮਣੇ
ਮੈਂ ਆਪਦੇ ਧਿਆਨ 'ਚ ਬੈਠਾ ਸੀਗਾ, ਮੈਨੂੰ ਨਹੀਂ ਸੀ ਉਹ ਕਹਿ ਰਹੇ, ਆਪਸ 'ਚ ਬਾਤਾਂ ਮਾਰ ਰਹੇ ਸੀ ਵੀ ਸਾਧ ਸੰਗਤ ਨੇ ਕੁਛ ਗੁਰਦੁਆਰੇ ਲਿਆਂਦਾ, ਕੁਛ ਵੀ ਲਿਆਂਦਾ ਸਮਝ ਲਓ, ਤੇ ਇਕੱਲਾ ਬੰਦਾ ਘਰ ਨੂੰ ਚੁੱਕ ਕੇ ਲੈ ਗਿਆ ਤੇ ਉਹਨੂੰ ਪੈ ਗਈ ਖੁਰਕ, ਖਾਰਿਸ਼, ਸਰੀਰ ਵਗਣ ਲੱਗ ਪਿਆ। ਤੇ ਮੁੜ ਕੇ ਬਾਅਦ ਵਿੱਚ ਉਹਨੇ ਬਚਨ ਦੱਸਿਆ ਵੀ ਮੇਰੇ ਕੋਲ ਆਹ ਗਲਤੀ ਹੋਈ ਹੈ, ਬਾਬੇ ਬਕਾਲੇ ਦੀ ਗੱਲ ਹੈ। ਫਿਰ ਸਿੰਘਾਂ ਨੇ ਆਖਿਆ ਵੀ ਗੁਰਮੁਖਾ ਗੱਲ ਇੰਝ ਹੀ ਹੋ, ਹੁਣ ਜੋ ਕੁਛ ਤੂੰ ਲੈ ਕੇ ਗਿਆ ਸੀਗਾ ਇਹ ਸੰਗਤ 'ਚ ਵਰਤਣਾ ਸੀ, ਤੇ ਉਹ ਹੁਣ ਤੂੰ ਲੈ ਕੇ ਆ ਜਾ, ਨਵਾਂ ਲਿਆ ਕੇ ਆ ਤੇ ਸੰਗਤ ਨੂੰ ਆਪਦੇ ਹੱਥੀਂ ਵਰਤਾ ਦੇ, ਤਾਂ ਤੇਰਾ ਭਲਾ ਹੋਊਗਾ। ਤੋ ਇਸ ਲਈ ਜਿਹੜਾ ਸਾਧ ਸੰਗਤ ਦਾ ਹਿੱਸਾ ਇਕੱਲੇ ਨੇ ਛਕ ਜਾਣਾ, ਇਹ ਬਿਮਾਰੀ ਦਾ ਕਾਰਨ ਹੈ। ਇਹ ਸਾਡੇ ਆਪ ਦੀਆਂ ਗਲਤੀਆਂ ਕਰਕੇ ਰੋਗ ਉੱਠਦੇ ਹਨ। ਮਨ ਅੰਧੇ ਕਉ ਮਿਲੈ ਸਜਾਏ। ਕੀ ਕਰੀਏ, ਮਨ ਅੰਨਾ ਹੈ, ਅਗਿਆਨੀ ਹੈ, ਵੈਰਾਗ ਵਿਵੇਕ ਰੂਪ ਨਿਗਾਹ ਤੋਂ ਬਗੈਰ ਹੋਣ ਕਰਕੇ ਅੰਨੇ ਮਨ ਨੂੰ ਜੰਮਣ ਮਨ ਦੀ ਨਰਕਾਂ ਦੀ ਬਹੁਤ ਹੀ ਸਜ਼ਾ ਪ੍ਰਾਪਤ ਹੁੰਦੀ ਮਿਲਦੀ ਹੈ। ਵੈਦ ਨਾ ਭੂਲੇ ਦਾਰੂ ਲਾਏ। ਇਹ ਸਰਲ ਸੁਭਾਅ ਵਾਲੇ ਵੈਦ, ਇਹਨਾਂ ਰੋਗਾਂ ਦੀ ਨਿਵਰਤੀ ਲਈ ਤੂੰ ਦਾਰੂ ਕਿਉਂ ਨਹੀਂ ਲਾਉਂਦਾ ਹੈ? ਮੇਰੇ ਮਨ ਦਾ ਫੁਰਨਾ ਬਣਿਆ। ਉਹ ਕਿਤੇ ਗਏ ਤੇ ਸੰਗਤ ਨੇ ਘਿਓ ਛਕਾਇਆ। ਮੈਂ ਕਿਹਾ ਵੀ ਘਰ ਦਾ ਘਿਓ ਤਾਂ ਬੜਾ ਸਵਾਦ ਹੁੰਦਾ। ਉਹ ਰੱਬ ਨੇ ਪਤਾ ਨਹੀਂ ਕੀ, ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗੇ ਤੇ ਉਹ 2 ਕਿਲੋ ਦਾ ਡੱਬਾ ਆਇਆ। ਮੈਂ ਚੋਲਾ ਲਾਇਆ ਤੇ ਆਪਦੇ ਕਮਰੇ 'ਚ ਸਿੰਘ ਨੇ ਆਵਾਜ਼ ਕੀਤਾ, ਗਿਆਨੀ ਸਤਨਾਮ ਸਿੰਘ ਗਿਆਨੀ। ਮੈਨੂੰ ਕਹਿੰਦੇ ਆ ਕੀ? ਮੈਂ ਕਿਹਾ ਵੀ ਮੈਂ ਸੋਚਿਆ ਸੀ ਮਹਾਰਾਜ ਨੇ ਦੇਤਾ। ਕਹਿੰਦੇ ਨਹੀਂ, ਅਗਲੇ ਦਾ ਕੀ ਪਤਾ ਵੀ ਉਹਨੇ ਖਾਣ ਲਈ ਦਿੱਤਾ ਜਾਂ ਜੋਤ 'ਚ ਪਾਉਣ ਲਈ ਦਿੱਤਾ। ਜਿੰਨੇ ਚੜਾਇਆ ਉਹਦੀ ਭਾਵਨਾ ਕੀ ਪਤਾ ਕੀ ਹੈ। ਮੈਂ ਕਿਹਾ ਹੁਣ ਕੀ ਕਰੀਏ? ਕਹਿੰਦੇ ਜਦ ਲੰਗਰ ਵਰਤਣਾ ਤੇ ਸਿੰਘਾਂ ਦੇ ਲੰਗਰ 'ਚ ਉਹ ਦਾਲ ਦੇ ਵਿੱਚ ਪਾਇਆ ਜਾਏ ਤਾਂ ਭਲਾ ਹੋ। ਮੈਂ ਕਿਹਾ ਚੜ੍ਹਦੀ ਕਲਾ। ਉਹ ਮੈਨੂੰ ਅੱਜ ਤੱਕ ਬਚਨ ਯਾਦ ਹੈ। ਤੋ ਇਸ ਲਈ ਜਿਹੜੇ ਰੋਗ ਨੇ ਉਹਨਾਂ ਦਾ ਕਾਰਨ ਲਾਲਚ ਹੈ, ਖਸਮ ਨੂੰ ਭੁਲਾਉਣਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਮਨ ਅੰਧੇ ਕਉ ਮਿਲੈ ਸਜਾਏ। ਜਿਹੜਾ ਅੰਨੇ ਮਨ ਵਾਲਾ ਦੇਖਦਾ ਨਹੀਂ ਹੈ, ਖਾਣ ਲੱਗਾ, ਪੀਣ ਲੱਗਾ, ਭੋਗਣ ਲੱਗਾ ਤੇ ਅੱਖਾਂ ਬੰਦ ਕਰਕੇ ਬਸ, ਜਿਸ ਤਰ੍ਹਾਂ ਰਾਵਣ ਵਰਗਾ ਉਹ ਤਾਂ ਇੱਕ ਸੀਗਾ ਨਾ, ਤੇ ਉਹਨੇ ਫਿਰ ਵੀ ਸੀਤਾ ਜੀ ਦਾ ਸਤਿਕਾਰ ਕੀਤਾ, ਅਸ਼ੋਕ ਬਣ 'ਚ ਰੱਖਿਆ। ਅੱਜ ਤਾਂ ਘਰੋਂ ਘਰ ਰਾਵਣ ਵਰਗਾ ਜੀਵਨ ਹੈ। ਇਹੋ ਜਿਹੇ ਲੋਕਾਂ ਦਾ ਦੱਸੋ ਕਿੱਥੇ ਪਾਰ ਉਤਾਰਾ ਹੋਊਗਾ। ਤੋ ਫਿਰ ਕੁੰਭੀ ਨਰਕ ਉਹਨਾਂ ਦੀ ਸਜ਼ਾ ਪ੍ਰਾਪਤ ਹੁੰਦੀ, ਸਜ਼ਾਵਾਂ ਮਿਲਦੀਆਂ ਨੇ। ਵੈਦ ਨਾ ਭੂਲੇ ਦਾਰੂ ਲਾਏ। ਇਹ ਸਰਲ ਸੁਭਾਅ ਵਾਲੇ ਵੈਦ, ਇਹਨਾਂ ਰੋਗਾਂ ਦੀ ਨਿਵਰਤੀ ਵਾਸਤੇ ਤੂੰ ਦਾਰੂ ਕਿਉਂ ਨਹੀਂ ਲਾਉਂਦਾ? ਚੰਦਨ ਕਾ ਫਲ ਚੰਦਨ ਵਾਸ। ਇਹੀ ਚੰਦਨ ਦੇ ਬ੍ਰਿਕਸ਼ ਦਾ ਫਲ ਹੈ, ਜੋ ਚੰਦਨ ਵਿੱਚੋਂ ਵਾਸ਼ਨਾ ਸੁਗੰਧੀ ਆਉਂਦੀ ਹੈ। ਜਾਂ ਇਸੇ ਪ੍ਰਕਾਰ ਚੰਦਨ ਕਾ ਫਲ ਚੰਦਨ ਵਾਸ। ਬ੍ਰਹਮ ਰੂਪ ਚੰਦਨ ਦਾ ਇਹੀ ਫਲ ਹੈ, ਜੋ ਬ੍ਰਹਮ ਰੂਪ ਚੰਦਨ ਵਿੱਚੋਂ ਭਗਤੀ ਦੀ ਸੁਗੰਧੀ ਆਉਂਦੀ ਹੈ। ਜਾਂ ਜਿਨ੍ਹਾਂ ਦੇ ਹਿਰਦੇ 'ਚ ਬ੍ਰਹਮ ਰੂਪ ਚੰਦਨ ਦੀ ਭਗਤੀ ਰੂ ਵਾਸ਼ਨਾ ਆ ਕੇ ਵਸ ਗਈ ਹੈ, ਉਹਨਾਂ ਨੂੰ ਬ੍ਰਹਮ ਰੂਪ ਚੰਦਨ ਦੀ ਪ੍ਰਾਪਤੀ ਦਾ ਗਿਆਨ ਰੂਪੀ ਫਲ ਪ੍ਰਾਪਤ ਹੋ ਗਿਆ ਹੈ। ਮਾਨਸ ਕਾ ਫਲ ਘਟ ਮਹਿਸਾਸ। ਦੂਸਰਾ ਮਨੁੱਖ ਦਾ ਫਲ ਇਹ ਹੈ, ਜੋ ਸਰੀਰ ਵਿੱਚ ਸਵਾਸ ਚੱਲ ਰਹੇ ਨੇ, ਜੋ ਹਿਰਦੇ ਵਿੱਚ ਸਵਾਸਾਂ ਨਾਲ ਪਰਮੇਸ਼ਰ ਦਾ ਚਿੰਤਨ ਕਰਨਾ ਹੈ। ਸਾਸ ਗਿਆ ਕਾਇਆ ਢਲ ਪਾਏ। ਜਦ ਸਰੀਰ ਵਿੱਚੋਂ ਸਵਾਸ ਚਲੇ ਜਾਂਦੇ, ਨਿਕਲ ਜਾਂਦੇ, ਤਦ ਇਹ ਕਾਇਆ ਦੇ ਢਲ ਕੇ ਝਾਟੀ ਡਿੱਗ ਪੈਂਦੀ, ਭਾਵ ਮੁਰਝਾ ਜਾਂਦੀ ਹੈ। ਤਾਕੈ ਪਾਛੈ ਕੋਈ ਨਾ ਖਾਏ। ਉਹਦੇ ਪਿੱਛੋਂ ਮਰਨ ਵਾਲਾ ਕੋਈ ਵੀ ਪੁਰਖ ਕੁਝ ਖਾਂਦਾ ਨਹੀਂ ਹੈ। ਸਾਡਾ ਕਿ ਸੰਬੰਧੀ ਚੜਾਈ ਕਰ ਗਿਆ ਤੇ ਮੈਨੂੰ ਮਨ 'ਚ ਬੜੀ ਉਦਾਸੀ ਹੋਈ। ਲਿਆਂਦੇ ਸੇਬ ਉਹਦੇ ਵਾਸਤੇ, ਉਹਨੂੰ ਗ੍ਰੈਂਡ ਕਰਕੇ ਉਹਦੇ ਮੂੰਹ 'ਚ ਪਾਏ ਵੀ, ਤੇ ਉਹ ਨੱਕ ਥਾਣੀ ਖੂਨ ਦੇ ਸਮੇਤ ਹੀ ਨਿਕਲ ਗਏ। ਉਹਦੇ ਸੇਬ ਮੈਂ ਖਾਧੇ। ਚੜਾਈ ਕਰਨ ਤੋਂ, ਭੋਗ ਪੈਣ ਤੋਂ ਬਾਅਦ ਤੇ ਮੈਂ ਸੋਚਾਂ ਵੀ ਧੰਨ ਹੈ ਪਰਮਾਤਮਾ, ਧੰਨ ਉਹਦੀ ਕੁਦਰਤ। ਪਤਾ ਨਹੀਂ ਬੰਦੇ ਦੇ ਕਰਮਾਂ 'ਚ ਕੁਝ ਲਿਖਿਆ, ਕਿਵੇਂ ਲਿਖਿਆ। ਤੋ ਜਿੰਨਾ ਕੁ ਲਿਖਿਆ ਉਹਨਾਂ ਖਾ ਕੇ ਬੰਦਾ
ਫਤਿਹ ਬੁਲਾ ਜਾਂਦਾ। ਸਵਾਸ ਨਿਕਲਣ ਪਿੱਛੋਂ ਕੋਈ ਵੀ ਪਦਾਰਥ ਖਾਣ ਦੀ ਮਨੁੱਖ ਕੋਲ ਹਰਕਤ ਨਹੀਂ ਰਹਿੰਦੀ ਹੈ, ਭਾਵੇਂ ਸਭ ਕੁਝ ਇੱਥੇ ਹੀ ਪਿਆ, ਇੱਥੇ ਹੀ ਰਹਿ ਜਾਂਦਾ। ਕੰਚਨ ਕਾਇਆ ਨਿਰਮਲ ਹੰਸ, ਉਹ ਕਾਇਆ ਦੇਹ ਵੀ ਸੋਨੇ ਵਤ ਸ਼ੁੱਧ ਹੈ, ਜਾਂ ਬੁੱਧ ਰੂਪ ਦੇਹ ਬ੍ਰਹਮ ਦੀ ਪ੍ਰਾਪਤੀ ਕਰਕੇ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਗਈ ਹੈ। ਉਹਦੇ ਵਿੱਚ ਵਸਣ ਵਾਲਾ ਜੀਵ ਆਤਮਾ ਵੀ ਨਿਰਮਲ ਹੈ। ਜਿਸਮੈ ਹੈ ਨਾਮ ਨਿਰੰਜਨ ਅੰਸ, ਜਿਸ ਦੇ ਹਿਰਦੇ ਵਿੱਚ ਸ਼ੁੱਧ ਸਰੂਪ ਪਰਮੇਸ਼ਰ ਦਾ ਨਾਮ ਅੰਸ਼ ਮਾਤਰ ਭਾਵ ਰੰਚਕ ਮਾਤਰ ਵੀ ਵਸਦਾ ਹੈ। ਜਿਸਮੈ ਹੈ ਨਾਮ ਨਿਰੰਜਨ ਅੰਸ, ਜਿਸ ਦੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਦਾ ਜਰਾ ਮਾਤਰ ਵੀ ਟਿਕਾ ਹੈ। ਨਿਮਖ ਏਕ ਸਿਮਰਨ ਮੈਂ ਜੀਆ, ਤੇ ਕੋਟ ਦਿਨ ਸਲਾਖ ਸਦਾ ਥਿਰ ਥੀਆ। ਗੱਜ ਕੇ ਕਹੋ ਸਤਨਾਮ ਸ੍ਰੀ। ਇੱਕ ਨਿਮਖ ਵੀ ਤੁਸੀਂ ਵਾਹਿਗੁਰੂ ਕਹਿ ਦਿੱਤਾ, ਕਰੋੜਾਂ ਦਿਨ ਅਸਥਿਤ ਰਹੋਗੇ, ਉਹ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ। ਦੁਖ ਰੋਗ ਸਭ ਗਿਆ ਗਵਾਏ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ, ਭਾਵੇਂ ਇੱਕ ਹੀ ਕਰੋ, ਕਰਨੇ ਤਾਂ ਦੋ ਚਾਹੀਦੇ ਨੇ, ਪਰ ਮੈਂ ਖੁਦ ਆਪ ਹੀ ਨਹੀਂ ਕਰਦਾ। ਤੋ ਮਹਾਰਾਜ ਦਾ ਹੁਕਮ ਹੈ, ਮੈਨੂੰ ਵੀ ਹੈ। ਇੱਕ ਜਿਹੜਾ ਪਿਛਲਾ ਟਾਈਮ ਲੰਘ ਗਿਆ, ਇੱਕ ਜਿਹੜਾ ਮੌਕੇ ਦਾ ਹੈ। ਤੋ ਇਸ ਤਰ੍ਹਾਂ ਸਵਾਸ ਸਫਲੇ ਹੁੰਦੇ ਨੇ, ਚਾਹੀਦਾ ਤਾਂ ਸਵਾਸ ਸਵਾਸ ਨਾਮ ਜਪਣਾ। ਪਰਮੇਸ਼ਰ ਦਾ ਨਾਮ ਜਪਣ ਵਾਲਾ ਪੁਰਖ ਜੰਮਣ ਮਰਨ ਦੇ ਦੁੱਖਾਂ ਤੇ ਹਉਮੈ ਰੂਪੀ ਰੋਗ ਆਦਿਕ ਸਾਰੇ ਗਵਾ ਕੇ ਪਰਲੋਕ ਨੂੰ ਗਿਆ ਹੈ। ਨਾਨਕ ਛੂਟਸ ਸਾਚੈ ਨਾਇ, ਮਹਾਰਾਜ ਕਥਨ ਕਰਦੇ ਕਿ ਇਹ ਭਾਈ ਇੰਜ ਜੀਵ ਸੱਚੇ ਨਾਮ ਨੂੰ ਜਪ ਕੇ ਸਾਰੇ ਦੁੱਖਾਂ ਤੋਂ ਛੁੱਟ ਸਕਦਾ ਜਾਂ ਮੁਕਤ ਹੋ ਜਾਂਦਾ ਹੈ। ਕੰਚਨ ਕਾਇਆ ਨਿਰਮਲ ਹੰਸ, ਜਿਸ ਮੈਂ ਨਾਮ ਨਿਰੰਜਨ ਅੰਸ, ਦੁਖ ਰੋਗ ਸਭ ਗਿਆ ਗਵਾਏ, ਨਾਨਕ ਛੂਟਸ ਸਾਚੈ ਨਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।